ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬੇਸ਼ੁਮਾਰ ਯਥਾ ਗੰਤ ਅਤੁਲ ਜਿਉ ਬੁਲਾਓ ਤਿਉ ਨਾਨਕ ਦਾਸ ਬੋਲੇ। ਧੰਨ ਗੁਰੂਦੇਵ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਮਿਹਰਾਮਤ ਸ਼ਾਮ ਸਮੇਂ ਜੀਵਨ ਦੀਆਂ ਨਰਿਸ਼ਮਾਂ ਨੂੰ ਮਾਣਦਿਆਂ ਹੋਇਆਂ ਅਸੀਂ ਗੁਰੂ ਸ਼ਬਦ ਨਾਲ ਗੁਰਬਾਣੀ ਨਾਲ ਸਾਂਝ ਪਾ ਰਹੇ ਹਾਂ। ਖਾਸ ਕਰਕੇ ਜੋ ਸਾਡੀ ਵਰਚੁਅਲ ਸੰਗਤ ਹੈ, ਘਰਾਂ ਥਾਵਾਂ ਤੋਂ ਟੀਵੀ ਰਾਹੀਂ ਹੋਰ ਮੀਡੀਆ ਸੋਰਸਿਸ ਰਾਹੀਂ ਆਪਣੇ ਆਪ ਨੂੰ ਸਤਸੰਗੀ ਬਣਨ ਦਾ ਸੁਭਾਗ ਪ੍ਰਾਪਤ ਕਰਦੇ ਨੇ। ਸਭ ਨੂੰ ਜੀ ਆਇਆਂ ਨੂੰ। ਇਹ ਸਮਾਂ ਸ਼ਾਮ ਦਾ ਗੁਰਬਾਣੀ ਵਿਆਖਿਆ ਦਾ ਹੁੰਦਾ ਆ, ਪਰ ਨਾਲ ਹੀ ਜਿੱਥੇ ਕੁਝ ਤਵਾਰੀਖੀ ਦਿਹਾੜੇ, ਕੁਝ ਖਾਸ ਮੌਕੇ ਹੁੰਦੇ ਨੇ, ਉਹਦੇ 'ਚ ਅਸੀਂ ਸਿੱਧੀ ਖੁੱਲ੍ਹੀ ਵਿਚਾਰ ਵੀ ਕਰਦੇ ਹਾਂ। ਸੋ ਅੱਜ ਜੋ ਸਮਾਂ ਹੈ, ਜੋ ਅੱਜ ਤਵਾਰੀਖੀ ਦਿਨ ਬਣਦਾ ਹੈ, ਉਹਦੇ ਮੁਤਾਬਕ ਕੌਮਾਂਤਰੀ ਮਾਂ ਬੋਲੀ ਦਿਹਾੜਾ, ਜਿਹਦੇ ਬਾਬਤ ਆਪਨੇ ਬਹੁਤ ਸਾਰੀ ਚਰਚਾ ਸੁਣੀ ਹੋਏਗੀ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਸਾਰੇ ਲੋਕ ਮੋਸਟਲੀ ਪਾਰਟੀਸਪੇਟ ਕਰਦੇ ਨੇ, ਉੱਥੇ ਇਹੋ ਜਿਹੀਆਂ ਐਕਟੀਵਿਟੀਜ਼ ਬਾਰੇ ਬੜੀ ਚਰਚਾ ਹੁੰਦੀ ਹੈ। ਨਾਲ ਹੀ ਨਨਕਾਣਾ ਸਾਹਿਬ ਦਾ ਸਾਕਾ, ਜਿਸ ਨੂੰ ਅੱਜ 100 ਸਾਲ ਹੋ ਜਾਂਦੇ ਨੇ, ਪੂਰੇ 100 ਸਾਲਾ। ਤੁਸੀਂ ਦੇਖੋ 1921 ਤੇ 2021 ਪੂਰਾ 100 ਸਾਲ। ਸੋ ਉਹਦੀ ਸ਼ਤਾਬਦੀ ਵਰ੍ਹੇਗੰਢ ਆ। ਇਹਨਾਂ ਦੋਨਾਂ ਦੇ ਬਾਬਤ ਗੁਰਬਾਣੀ ਦੀ ਰੌਸ਼ਨੀ ਵਿੱਚ ਆਪਣੇ ਕੌਮੀ ਮੁਹਾਜ ਦੇ ਸੱਚ ਨੂੰ ਸਮਝਦਿਆਂ ਹੋਇਆਂ ਅਸੀਂ ਅਗਲੇ ਸਮੇਂ 'ਚ ਬਾਤ ਪਾਵਾਂਗੇ। ਖਾਕਸਾਰ ਆਪਣੀ ਰਾਏ, ਆਪਣੀ ਵਿਚਾਰ ਫਤਿਹ ਦੀ ਸਾਈਂ ਨਾਲ ਪ੍ਰਾਰੰਭ ਕਰ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਤੋਂ ਹੀ ਗੱਲ ਪ੍ਰਾਰੰਭ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਸੀਂ ਆਗੋਸ਼ ਵਿੱਚ ਬੈਠੇ ਹਾਂ ਤੇ ਸਾਹਿਬ ਮਹਾਰਾਜ ਬਾਣੀ ਜਦੋਂ ਬਿਆਨ ਕਰਦੇ, ਜਹ ਬੋਲ ਤਹ ਅਛਰ ਆਵਾ, ਬੋਲੀ ਦੀ ਗੱਲ ਹੈ, ਅਛਰਾਂ ਦੀ ਗੱਲ ਹੈ। ਬਾਣੀ ਕਹਿੰਦੀ ਹੈ, ਅੱਖਰ ਮਹਿਤਰੀ ਭਵਨ ਪ੍ਰਭਤਾਰੇ, ਅੱਖਰ ਕਰ ਕਰ ਵੇਦ ਵਿਚਾਰੇ, ਅੱਖਰ ਸਿਮਰਤ ਸ਼ਾਸਤਰ ਵਖਿਆਨਾ, ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਇਹ ਜਪਜੀ ਸਾਹਿਬ ਵਿੱਚ ਤੁਸੀਂ ਪੜ੍ਹਦੇ ਹੋ, ਅੱਖਰੀ ਨਾਮ, ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ। ਅੱਖਰ ਬੋਲੀ, ਬੋਲਣਾ, ਬਾਣੀ, ਇਹ ਸਭ ਇਹ ਮਨੁੱਖ ਨੂੰ ਕੁਦਰਤ ਦੀ ਸਭ ਤੋਂ ਵੱਡੀ ਦਾਤ ਹੈ। ਵੈਸੇ ਸਭ ਜੀਆਂ ਜਨਤਾ ਦੇ ਵਿੱਚ ਹੈ, ਪਰ ਜਿਹੜੀ ਖਾਸ ਕਰਕੇ ਐਜ਼ ਏ ਹਿਊਮਨ ਕ੍ਰੀਚਰ ਦੇ ਤੌਰ 'ਤੇ ਮਨੁੱਖੀ ਇੱਕ ਜੀਵ ਦੇ ਰੂਪ ਵਿੱਚ ਅਸੀਂ ਦੇਖਦੇ ਹਾਂ, ਅਤੇ ਸਾਡੇ ਕੋਲ ਬੜੀ ਵੱਡੀ ਸਮਰੱਥਾ ਆ। ਅਸੀਂ ਆਪਣੇ ਮਨੋਭਾਵਾਂ ਨੂੰ, ਮਨੋਵੇਗਾਂ ਨੂੰ, ਆਪਣੇ ਅੰਦਰ ਜੋ ਕੁਝ ਚੱਲਦਾ ਆ ਉਹਨੂੰ ਲਫ਼ਜ਼ਾਂ, ਅਲਫਾਜ਼ਾਂ, ਹਰਫਾਂ, ਅੱਖਰਾਂ ਦੇ ਵਿੱਚ, ਬੋਲਾਂ ਵਿੱਚ ਪਾ ਕੇ ਦੂਜੇ ਤੱਕ ਪਹੁੰਚਦਾ ਕਰ ਸਕਦੇ ਹਾਂ, ਦੂਜੇ ਕੋਲੋਂ ਪ੍ਰਾਪਤ ਕਰ ਸਕਦੇ ਹਾਂ।
ਆਦਾਨ ਪ੍ਰਦਾਨ ਸਾਰੇ ਦਾ ਸਾਰਾ ਇਹਦੇ 'ਚ ਮਦਦਗਾਰ ਬੋਲ ਬਾਣੀ ਕਰਦੀ ਹੈ, ਇਸ ਰੂਪ ਵਿੱਚ ਹੁੰਦਾ ਹੈ। ਸੋ ਸਾਹਿਬ ਪਾਤਸ਼ਾਹ ਨੇ ਬਾਣੀ ਦੀ ਅਹਿਮੀਅਤ ਇਸੇ ਕਰਕੇ ਸਾਡਾ ਤੇ ਸ਼ਬਦ ਹੀ ਗੁਰੂ ਹੈ। ਮਤਲਬ ਇਹੋ ਜਿਹੇ ਦਿਹਾੜੇ ਜਿਹੜੇ ਨੇ, ਜਿਹੜੇ ਮਤਲਬ ਕਹਿ ਲਓ ਕਿ ਕੌਮੀ ਮਾਂ ਬੋਲੀ ਦਿਹਾੜਾ ਜਾਂ ਕੌਮਾਂਤਰੀ ਮਾਂ ਬੋਲੀ ਦਿਹਾੜਾ ਅਸੀਂ ਜਿਹਨੂੰ ਕਹਿ ਰਹੇ ਹਾਂ, ਸਿੱਖ ਵਿਰਸਾ ਤੇ ਬਿਲਕੁਲ ਇਹਦੇ ਨਾਲ ਇਹਦੇ ਬਰਾਬਰ ਚੱਲਦਾ ਹੈ, ਇਹਦੇ ਪੈਰਲਰ ਜਿਹੜਾ ਹੈਗਾ ਉਹਦੀ ਉਸਾਰੀ ਹੁੰਦੀ ਹੈ ਸਾਰੇ ਦੀ ਸਾਰੇ, ਜਾਂ ਇਹ ਚੀਜ਼ਾਂ ਸਿੱਖ ਵਿਰਸੇ ਦੇ ਪੈਰਲਰ ਆ ਰਹੀਆਂ ਨੇ, ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਅਸੀਂ। ਉਹਦੇ 'ਚ ਥੋੜ੍ਹੀ ਜਿਹੀ ਮੈਂ ਬਾਤ ਇਸ ਤਰੀਕੇ ਨਾਲ ਵੀ ਪਾ ਦਿਆਂ ਕਿ ਕਈ ਵਾਰ ਦੋ ਲਫ਼ਜ਼ ਇੱਕੋ ਜਿਹੇ ਲੱਗਦੇ ਨੇ, ਇੱਕ ਦੂਜੇ ਦੇ ਸਿਨੋਨਿਮ ਪੂਰਕ ਲੱਗਦੇ ਨੇ, ਬੋਲੀ ਤੇ ਭਾਸ਼ਾ। ਅੱਜ ਕੌਮਾਂਤਰੀ ਮਾਂ ਬੋਲੀ ਦਿਹਾੜਾ ਆ, ਜਿਹਨੂੰ ਇਹ ਕਿਹਾ ਜਾਏ ਕਿ ਕੌਮਾਂਤਰੀ ਜੋ ਮਾਦਰੀ ਭਾਸ਼ਾ ਦਿਨ ਆ ਉਸ ਰੂਪ ਵਿੱਚ ਲਿਆ ਜਾਏ, ਉਹ ਜ਼ਿਆਦਾ ਕਾਰਗਰ ਹੋਏਗਾ ਮੇਰੇ ਖਿਆਲ ਦੇ ਵਿੱਚ। ਕਿਉਂਕਿ ਜਿਹੜਾ ਬੋਲੀ ਤੋਂ ਭਾਸ਼ਾ ਦਾ ਸਫ਼ਰ ਹੈ, ਬੋਲੀ ਹੁੰਦੀ ਹੈ ਜਿਹੜੀ ਮੌਖਿਕ ਰੂਪ ਦੇ ਵਿੱਚ, ਜਿਹੜੀ ਸਿਰਫ ਬੋਲ ਚਾਲ ਦੇ ਵਿੱਚ ਆ ਰਹੀ ਹੈ, ਬੋਲਣ ਦੇ ਵਿੱਚ ਆ ਰਹੀ ਹੈ, ਜਿਸ ਦੀ ਕੋਈ ਲਿਖਾਵਟ ਨਹੀਂ ਗੀ, ਲਿਖਣ ਦਾ ਕੋਈ ਪ੍ਰੋਪਰ ਤਰੀਕੇਕਾਰਤਾ ਨਹੀਂ ਹੈਗੀ, ਉਹ ਭਾਸ਼ਾ ਨਹੀਂ, ਸਿਰਫ ਬੋਲੀ ਹੈ। ਜੇ ਆਪਾਂ ਅੱਜ ਪੰਜਾਬੀ ਜ਼ਬਾਨ ਦੀ ਗੱਲ ਕਰਦੇ ਹਾਂ, ਪੰਜਾਬੀ ਬੋਲੀ ਦੀ ਗੱਲ ਕਰਦੇ ਹਾਂ, ਤੇ ਪੰਜਾਬੀ ਬੋਲੀ ਬਹੁਤ ਪੁਰਾਣੀ ਭਾਸ਼ਾ ਆ। ਉਹਨਾਂ 5 ਦਰਿਆਵਾਂ ਦੇ ਵਿੱਚ, ਜਿਨ੍ਹਾਂ ਨੂੰ 5 ਰਿਵਰਸ, ਦਾ ਲੈਂਡ ਆਫ 5 ਰਿਵਰਸ, ਪੰਜਾਬ ਉਸ ਰੂਪ ਵਿੱਚ ਕਿਹਾ ਜਾਂਦਾ ਹੈ। ਤੇ ਇਹਦੇ ਬਾਬਤ ਤੁਸੀਂ ਦੇਖੋਗੇ ਕਿ ਜਿੱਧਰ ਨੂੰ ਦਰਿਆ ਵਗਦੇ ਨੇ, ਦਰਿਆਵਾਂ ਦਾ ਵਹਾਅ ਹੁੰਦਾ ਆ, ਉਹ ਸਾਰਾ ਇਲਾਕਾ ਇੱਕ ਰੀਜਨ ਬਣਦਾ ਹੈ। ਆਪਾਂ ਰੀਜਨ ਪੜ੍ਹਦੇ ਨੇ ਥੇ, ਫਲਾਂ ਰੀਜਨ, ਫਲਾਂ ਰੀਜਨ। ਰੀਜਨ ਮੀਨ ਜਿਹਦੀ ਜੋਗ੍ਰਾਫੀਕਲ ਇੱਕ ਪੂਰੀ ਦੀ ਪੂਰੀ ਆਪਣੀ ਆਈਡੈਂਟਿਟੀ, ਆਪਣੀ ਪਹਿਚਾਨ ਹੈ। ਉਹਦੇ ਵਿੱਚ ਉਸਰਨ ਵਾਲਾ ਮੋਸਟਲੀ ਜਿਹੜਾ ਸੱਭਿਆਚਾਰ ਹੁੰਦਾ ਆ, ਜਿਹੜਾ ਜ਼ਿਆਦਾਤਰ ਸੱਭਿਆਚਾਰ ਹੁੰਦਾ ਆ, ਉਹ ਵੀ ਉਸ ਇੱਕੋ ਪਹਿਚਾਨ ਦੇ ਨਾਲ ਉਮਗਦਾ ਪੈਦਾ ਹੁੰਦਾ ਹੈ। ਇੱਥੇ ਪੰਜਾਬ ਦੇ ਜ਼ਾਏ ਲੋਕ ਜਿਹੜੇ ਸੀਗੇ, ਉਹ ਇੱਕ ਬੋਲੀ ਬੋਲਦੇ ਜਿਹਦੀ ਪਿਛੋਕੜ ਦੇ ਵਿੱਚ ਪ੍ਰਾਕਿਰਤ ਲੱਗਦੀ ਹੈ। ਪ੍ਰਾਕਿਰਤ ਤੋਂ ਬਾਅਦ ਹੌਲੀ ਹੌਲੀ ਉਹਦੇ ਅੰਦਰ ਤਬਦੀਲੀ ਆਉਂਦਿਆਂ ਅਖੀਰ ਉਹ ਇੱਕ ਪੰਜਾਬੀ ਜ਼ਬਾਨ ਦੇ ਰੂਪ ਦੇ ਵਿੱਚ। ਤੇ ਇਹਦੇ 'ਚ ਅਸੀਂ ਬਹੁਤ ਪੁਰਾਣਾ ਜੇ ਦਸਤਾਵੇਜ਼ ਦੇਖ ਰਹੇ ਹਾਂ, ਬਿਲਕੁਲ ਅਥੈਂਟਿਕ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦੇਖੀਏ ਤਾਂ ਅਸੀਂ ਭਗਤ ਫਰੀਦ ਜੀ ਨੂੰ ਦੇਖਦੇ ਹਾਂ। ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਸਿੱਧੇ ਪੰਜਾਬੀ ਅੱਖਰ ਨੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਫਰੀਦਾ ਜੋਤੈ ਮਾਰਨ ਮੁਕੀਆਂ, ਮਤਲਬ ਸਿੱਧੇ ਲਫ਼ਜ਼ ਨੇ। ਪੰਜਾਬੀ ਜ਼ਬਾਨ ਅਸੀਂ ਬੋਲਦੇ ਹਾਂ, ਪੜ੍ਹਦੇ ਹਾਂ ਅੱਜ, ਤੇ ਸਾਨੂੰ ਆਸਾਨੀ ਨਾਲ ਪਤਾ ਲੱਗਦਾ ਕਿ ਇਹ ਗੱਲ ਕਿਹਦੀ ਹੋ ਰਹੀ ਹੈ। ਉਹ ਸ਼ਖਸੀਅਤ ਪਾਕਪਟਨ ਦੇ ਵਿੱਚ ਜਿਹੜੀ ਅੱਜ ਤੋਂ ਕਰੀਬਨ 1000 ਸਾਲ ਪਹਿਲਾਂ ਸਾਨੂੰ ਰੌਸ਼ਨ ਕਰ ਰਹੀ ਹੈ ਆਪਣੇ ਲਫ਼ਜ਼ਾਂ, ਅਲਫਾਜ਼ਾਂ, ਹਰਫਾਂ ਦੇ ਨਾਲ। ਤੇ ਉਹ ਜਿਹੜਾ ਮਾਧਿਅਮ ਯੂਜ਼ ਕਰਦੀ ਹੈ, ਉਹ ਆਮ ਲੋਕ ਭਾਖਾ ਆ, ਲੋਕਾਂ ਦੀ ਬੋਲੀ ਹੈ, ਲੋਕ ਮੁਹਾਜ ਵਿੱਚ ਬੋਲੀ ਜਾਣ ਵਾਲੀ ਰਚਨਾ ਆ। ਸੋ ਬੋਲੀ ਜਿਹਦੇ 'ਚ ਲੋਕ ਬੋਲਦੇ ਨੇ, ਲੋਕ ਕਮਿਊਨੀਕੇਟ ਕਰਦੇ ਨੇ, ਇਹ ਸਭ ਰੂਪ ਦੇ 'ਚ ਲੈ ਕੇ ਆਉਂਦੇ। ਭਗਤ ਫਰੀਦ ਜੀ ਨੇ ਇਸ ਨੂੰ ਜਿਹੜਾ ਹੈ ਆਪਣੇ ਲਫ਼ਜ਼ਾਂ ਦੇ ਵਿੱਚ ਉਸ ਤਰੀਕੇ ਨਾਲ ਪਰੋਇਆ। ਵਕਤ ਆਪਣੀ ਜਾਚੇ ਬਤੀਤ ਹੋਇਆ, 15ਵੀਂ ਸਦੀ 'ਚ ਗੁਰੂ ਨਾਨਕ ਸਾਹਿਬ ਦੀ ਆਮਦ ਹੁੰਦੀ ਹੈ। ਅਕਸਰ ਬਹਿਸ ਹੁੰਦੀ ਕਿ ਜਦੋਂ ਭਗਤ ਫਰੀਦ ਜੀ ਲਿਖ ਰਹੇ ਨੇ ਤੇ ਅਸੀਂ ਕਹਿੰਦੇ ਹਾਂ ਪੰਜਾਬੀ ਬੋਲੀ ਸੀ, ਭਾਸ਼ਾ ਗੁਰੂ ਸਾਹਿਬ ਨੇ ਇਹਨੂੰ ਇੱਕ ਸੰਪੂਰਨਤਾ ਦੇ ਰੂਪ ਵਿੱਚ ਲਿਆਂਦਾ। ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਗੁਰੂ ਅੰਗਦ ਸਾਹਿਬ ਨੇ ਇੱਕ ਖਾਸ ਕੰਟਰੀਬਿਊਸ਼ਨ ਪਾਇਆ, ਤਾਂ ਉਸ ਕੰਟਰੀਬਿਊਸ਼ਨ ਦੇ ਨਾਲ, ਉਹਨਾਂ ਦੇ ਖਾਸ ਯੋਗਦਾਨ ਦੇ ਨਾਲ ਪੰਜਾਬੀ ਜਿਹੜੀ ਬੋਲੀ ਸੀਗੀ, ਇਹ ਸੰਪੂਰਨ ਜ਼ਬਾਨ ਦੇ ਵਿੱਚ, ਭਾਸ਼ਾ ਦੇ ਵਿੱਚ ਤਬਦੀਲ ਹੁੰਦੀ ਹੈ। ਇਹਦੇ ਬਾਬਤ ਕਹਿੰਦੇ ਨੇ ਕਿ ਜਦੋਂ ਪਹਿਲੇ ਲੈਵਲ 'ਤੇ ਹਾਂ ਭਾਈ, ਇਹਦੇ 'ਚ ਕਾਰਨ ਇਹ ਸੀਗਾ ਕਿਉਂਕਿ ਜਿਹੜੀ ਲਿਖਾਵਟ ਸ਼ੈਲੀ ਸੀਗੀ, ਜਿਹੜੀ ਲਿਖਣ ਦਾ ਤਰੀਕਾ ਸੀਗਾ, ਉਹਦੇ 'ਚ ਅਸੀਂ ਦੇਖੀਏ ਤੇ ਜਿਹਨੂੰ ਲਿਪੀ ਕਿਹਾ ਜਾਂਦਾ ਆ, ਪੰਜਾਬੀ ਨੂੰ ਜਿਵੇਂ ਕਿੱਸੇ ਵੀ ਲਿਖੇ ਗਏ ਪੰਜਾਬੀ ਭਾਸ਼ਾ ਦੇ ਵਿੱਚ, ਪਰ ਉਹ ਕਿੱਸਿਆਂ ਦੀ ਲਿਖਾਵਟ ਜੇ ਪੁਰਾਣੀ ਦੇਖਦੇ ਆ ਤੇ ਉਹ ਪੰਜਾਬ ਦੀ ਆਪਣੀ ਜਾਈ ਹੋਈ ਕੋਈ ਲਿਖਾਵਟ ਸ਼ੈਲੀ ਨਹੀਂ, ਲਿਪੀ ਨਹੀਂ ਗਈ, ਬਲਕਿ ਉਹ ਕੀ ਹੈ, ਉਹ ਕਿਤੋਂ ਬੋਰੋ ਕੀਤੀ ਗਈ ਹੈ। ਬੋਰੋ ਕਿੱਥੋਂ ਕੀਤੀ ਗਈ ਹੈ? ਸ਼ਾਹਮੁਖੀ। ਸ਼ਾਹ
ਜਿਹੜੇ ਲੋਕ ਜਿਨ੍ਹਾਂ ਦਾ ਸੰਬੰਧ ਸ਼ਾਮ ਦੇਸ਼ ਨਾਲ ਬਣਦਾ ਜਾਂ ਜਿਨ੍ਹਾਂ ਦਾ ਸੰਬੰਧ ਉਸ ਕਿਤਾਬ ਕਲਚਰ ਨਾਲ ਅਤੇ ਸ਼ਾਹ ਕਲਚਰ ਨਾਲ, ਜਿਹੜਾ ਸ਼ਾਹੀ ਕਲਚਰ ਹੈ, ਸਿਆਹੀ ਕਲਚਰ ਜਿਹਨੂੰ ਕਹਿੰਦੇ ਸੀ, ਉਹਦੇ ਨਾਲ ਬਣਦਾ, ਉੱਥੋਂ ਭਾਵ ਅਰਬੀ ਅਤੇ ਫਾਰਸੀ ਦੇ ਲਿਖਾਵਟ ਵਾਲੇ ਅੱਖਰ ਜਿਹੜੇ ਹੌਲੀ ਹੌਲੀ ਥੋੜ੍ਹੇ ਥੋੜ੍ਹੇ ਤਬਦੀਲ ਹੋ ਕੇ ਹਿੰਦਕੀ ਭਾਸ਼ਾ ਉਰਦੂ ਦੇ ਵਿੱਚ ਆ ਕੇ ਕਨਵਰਟ ਹੁੰਦੇ ਨੇ। ਸੋ ਉਹ ਲਿਖਾਵਟ ਦਾ ਤਰੀਕਾ ਜਿਹੜਾ ਹੈ ਉਹ ਹੈ ਸ਼ਾਹਮੁਖੀ, ਉਹਦੇ 'ਚ ਲਿਖੇ ਜਾਂਦੇ ਨੇ। ਹਾਂ, ਜਿਸ ਨੂੰ ਗੁਰੂ ਬਾਬਾ ਜੀ ਫਿਰ ਲੈ ਕੇ ਆਉਂਦੇ ਨੇ ਉਹ ਹੈ ਪ੍ਰਾਕ੍ਰਿਤ ਵਿੱਚੋਂ ਆਇਆ ਹੋਇਆ ਲੰਡਿਆਂ ਦਾ ਅਤੇ ਦੇਵਾਨਾਗਰੀ ਦਾ ਕੁਝ ਰੂਪ, ਉਹਨੂੰ ਬਿਲਕੁਲ ਨਵੇਂ ਪੈਰਾਂ ਸਥਿਤ ਨਵੀਂ ਘਾੜਤ ਕੱਢ ਕੇ 35 ਦੇ ਰੂਪ ਦੇ ਵਿੱਚ, 35 ਅੱਖਰੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਸ ਦੇ ਰੂਪ ਵਿੱਚ ਗੁਰੂ ਅੰਗਦ ਸਾਹਿਬ ਉਹਨੂੰ ਪੈਰਾਂ ਸਿੱਧੀ ਕਰਦੇ ਨੇ। ਅਤੇ ਇਸ ਤਰੀਕੇ ਦੇ ਨਾਲ ਇੱਕ ਪੰਜਾਬ ਖਿੱਤੇ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਬੋਲੀ ਜਾਣ ਵਾਲੀ ਬੋਲੀ ਉਹ ਇੱਕ ਸੰਪੂਰਨ ਭਾਸ਼ਾ ਦਾ ਦਰਜਾ ਲੈਂਦੀ ਅਤੇ ਉਹਦੇ ਵਾਸਤੇ ਇੱਕ ਸਪੈਸੀਫਿਕ ਵਰਡ ਯੂਜ਼ ਹੁੰਦਾ ਸ਼ੁਰੂ, ਗੁਰਮੁਖੀ। ਗੁਰਮੁਖੀ ਮੀਨ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਰਚਨਾ, ਭਾਵ ਜਿਹਦੇ ਵਿੱਚ ਗੁਰੂ ਨੇ ਆਪਣਾ ਕੰਟਰੀਬਿਊਸ਼ਨ ਪਾਇਆ ਅਤੇ ਉਸ ਨੂੰ ਪੈਰਾਂ ਸਿੱਧੀ ਕੀਤਾ। ਸੋ ਇਹ ਸਾਡੀ ਪੰਜਾਬੀ ਜ਼ਬਾਨ ਜਾਂ ਗੁਰਮੁਖੀ ਜਿਹੜੀ ਭਾਸ਼ਾ ਹੈ ਸੰਪੂਰਨ, ਉਹਦਾ ਇੱਕ ਪੂਰਾ ਦਾ ਪੂਰਾ ਇਤਿਹਾਸ ਹੈ, ਜੋ ਨਟਸ਼ੈਲ 'ਚ ਕਹਿਣਾ ਹੋਏ ਇਸ ਤਰੀਕੇ ਨਾਲ ਆਉਂਦਾ ਹੈ। ਇਹਦੇ 'ਚ ਗੁਰੂ ਸਾਹਿਬ ਨੇ ਰਚਨਾਵਾਂ ਰਚੀਆਂ, ਗੁਰਬਾਣੀ ਰਚੀ, ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਵਿਤਾ ਲਿਖੀ ਜਾਂਦੀ ਬਹੁਤ ਸਾਰਾ ਵਾਰਤਕ ਲਿਖਿਆ ਜਾਂਦਾ ਆ, ਜਿਹੜਾ ਵਕਤ ਦੇ ਨਾਲ ਉਹ ਭਾਵੇਂ ਸਾਖੀਆਂ ਦੇ ਰੂਪ ਵਿੱਚ ਪ੍ਰਚਲਿਤ ਹੁੰਦਾ ਹੈ, ਪਰਚੀਆਂ ਦੇ ਰੂਪ ਵਿੱਚ ਪ੍ਰਚਲਿਤ ਹੁੰਦਾ ਹੈ, ਹੌਲੀ ਹੌਲੀ ਅਸੀਂ ਦੇਖੀਏ ਬਿਲਾਸ ਪਾਤਸ਼ਾਹੀਆਂ ਦੇ ਰੂਪ ਵਿੱਚ ਪ੍ਰਚਲਿਤ ਹੁੰਦਾ ਆ। ਫਿਰ ਅੱਗੇ ਜਾ ਕੇ ਹੌਲੀ ਹੌਲੀ ਅਸੀਂ ਹੋਰ ਦੇ ਅੰਦਰ ਇਜ਼ਾਫੇਦਾਰੀ ਦੇਖਦੇ ਹਾਂ, ਜਿਵੇਂ ਮਹਿਮਾ ਪ੍ਰਕਾਸ਼ ਦੇ ਰੂਪ ਦੇ ਵਿੱਚ ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਅਤੇ ਇਸ ਤਰੀਕੇ ਦੀਆਂ, ਮਤਲਬ ਇੱਕ ਲਿਖਾਵਟ ਦਾ ਪੂਰਾ ਇੱਕ ਦਰਿਆ ਵਗਦਾ ਹੈ ਉਸ ਸਾਰੇ ਰੂਪ ਦੇ ਵਿੱਚ। ਇਹ ਸਭ ਉੱਥੋਂ ਸ਼ੁਰੂਆਤ ਹੁੰਦੀ ਹੈ ਅਤੇ ਫਿਰ ਉਹਦੇ ਕਈ ਰੂਪ, ਕਈ ਵਣਗੀਆਂ, ਕਈ ਤਰੀਕੇ ਨਾਲ ਇਸ ਤਰੀਕੇ ਨਾਲ ਮਿਲਦੀਆਂ ਨੇ। ਜਦੋਂ ਅੱਜ ਅਸੀਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੀ ਗੱਲ ਪਾ ਰਹੇ ਹਾਂ, ਇਹਦੇ ਮੈਂ ਥੋੜ੍ਹਾ ਜਿਹਾ ਪਿਛੋਕੜ 'ਚ ਬਿਆਨ ਕਰਦੇ ਹਾਂ ਕਿ ਜੇ ਤੁਸੀਂ ਖੁਦ ਵੀ ਗੂਗਲ ਕਰਕੇ ਪੜ੍ਹੋਗੇ ਜਾਂ ਪਤਾ ਲੱਗ ਜਾਏਗਾ ਤੁਹਾਨੂੰ ਕਿ ਹੋਇਆ ਇਹ ਸੀਗਾ, ਜਦੋਂ 1947 ਦੇ ਵਿੱਚ ਕਲੋਨੀਅਲ ਇੰਪੈਕਟ ਵਿੱਚੋਂ ਇੱਕ ਖਿੱਤਾ ਨਿਕਲਦਾ ਆ, ਇੱਕ ਕਲੋਨੀਅਲ ਰੂਲਿੰਗ ਸਿਸਟਮ ਵਿੱਚੋਂ ਪਾਵਰ ਟਰਾਂਸਫਰ ਹੁੰਦੀ ਹੈ, ਜਿਹਨੂੰ ਆਜ਼ਾਦੀ ਕਿਹਾ ਜਾਂਦਾ ਹੈ। ਉਸ ਖਿੱਤੇ ਨੂੰ ਆਜ਼ਾਦੀ ਦਿੱਤੀ ਗਈ, ਜਿਸ ਨੂੰ ਅਸੀਂ ਸਾਊਥ ਏਸ਼ੀਆ ਦਾ ਖਿੱਤਾ ਕਹਿ ਲਈਏ ਜਾਂ ਇੰਡੀਅਨ ਸਬ ਕੰਟੀਨੈਂਟ ਜਿਹਨੂੰ ਵੀ ਕਿਹਾ ਜਾਂਦਾ ਹੈਗਾ। ਉਹਦੇ ਵਿੱਚ ਖਾਸ ਕਰਕੇ ਦੋ ਮੁਲਕ ਬਣਦੇ ਨੇ, ਇੱਕੋ ਖਿੱਤੇ ਦੇ ਵਿੱਚੋਂ, ਇੱਕ ਭਾਰਤ, ਦੂਸਰਾ ਪਾਕਿਸਤਾਨ। ਉਹਦੇ ਦੋ ਪਾਰਟ ਬਣ ਜਾਂਦੇ ਨੇ, ਇੱਕ ਈਸਟਰਨ ਪਾਕਿਸਤਾਨ, ਇੱਕ ਵੈਸਟਰਨ ਪਾਕਿਸਤਾਨ। ਜਿਹੜਾ ਉਹ ਉਰਲਾ ਪਾਕਿਸਤਾਨ ਹੈ, ਜਿਹੜਾ ਖਾਸ ਕਰਕੇ ਜਿਹਨੂੰ ਅੱਜ ਕੱਲ੍ਹ ਅਸੀਂ ਬੰਗਲਾਦੇਸ਼ ਦੇ ਰੂਪ ਵਿੱਚ ਯਾਦ ਕਰਦੇ ਹਾਂ, ਇਹਦੇ ਬਾਬਤ 1948 ਦੇ ਵਿੱਚ ਇਹ ਬਾਤ ਸ਼ੁਰੂ ਹੋਈ ਕਿ ਜਿਹੜੀ ਇੱਥੋਂ ਦੀ ਮਾਦਰੀ ਭਾਸ਼ਾ ਹੈ, ਜਿਹੜੀ ਉਹਨਾਂ ਦੀ ਆਪਣੀ ਬੋਲੀ ਹੈ ਬੰਗਲਾ, ਉਸ ਨੂੰ ਇਹਨਾਂ ਦੀ ਜਿਹੜਾ ਹਕੂਕ ਮਿਲਣਾ ਚਾਹੀਦਾ, ਇੱਥੋਂ ਦੀ ਲਿਖਾਵਟ ਦਾ, ਇੱਥੋਂ ਦੇ ਸਾਰੇ ਕਾਰ ਵਿਹਾਰ ਦਾ, ਸਭ ਚੀਜ਼ਾਂ ਦਾ। ਅਤੇ ਉਹਦੀ ਇੱਕ ਸਟਰਗਲ ਚੱਲੀ 1952 ਦੇ ਵਿੱਚ, ਇੱਕ ਬੜਾ ਵੱਡਾ ਉੱਥੇ ਜਿਹੜਾ ਹੈਗਾ ਇੱਕ ਤਰ੍ਹਾਂ ਦੀ ਬਲੱਡ ਸ਼ੈਡ ਵੀ ਹੋਈ ਬੜੀ ਵੱਡੀ, ਉਹਨੂੰ ਕਰਨ ਵਾਸਤੇ ਐਜੀਟੇਸ਼ਨ ਦੇ ਰੂਪ ਵਿੱਚ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਰਹੀਆਂ। ਅਖੀਰ ਕਰਦੇ 1971 ਦੇ ਵਿੱਚੋਂ ਮੁਲਕ ਸਾਬਤ ਸਾਲਮ ਮੁਲਕ ਬਣ ਗਿਆ। ਫਿਰ ਇਹਦਾ ਕਨੈਕਸ਼ਨ ਕੈਨੇਡਾ ਨਾਲ ਵੀ ਜੁੜਦਾ ਆ, ਕਿਉਂਕਿ ਕੋਫੀ ਅਨਾਨ ਉਦੋਂ UN ਵਿੱਚ ਸੈਕਟਰੀ ਹੁੰਦਾ ਸੀ 1999 ਦੇ ਵਿੱਚ, ਅਤੇ ਉਸ ਵਕਤ ਵੈਨਕੂਵਰ ਤੋਂ ਕੁਝ ਬੰਗਾਲੀ ਪਿਛੋਕੜ ਦੇ ਲੋਕਾਂ ਨੇ ਐਫਰਟ ਪਾਈ ਅਤੇ ਲਿਖਿਆ ਬਕਾਇਦਾ ਤੌਰ 'ਤੇ UN ਨੂੰ, ਯੂਨੈਸਕੋ ਨੂੰ, ਕਿ ਭਾਈ ਆਹ ਚੀਜ਼ ਜਿਹੜੀ ਇੱਥੇ ਧਿਆਨ ਦਿੱਤਾ ਜਾਏ। ਅਤੇ ਫਿਰ ਉਸ ਸਮੇਂ 19 ਫਰਵਰੀ ਦੇ ਨੇੜੇ ਜਿਹੜਾ ਹੈਗਾ 1999 ਦੇ ਵਿੱਚ ਇਹਦੀ ਬਾਤ ਆਈ। ਫਿਰ ਹੌਲੀ ਹੌਲੀ ਰੈਜ਼ੋਲੂਸ਼ਨ ਪਾਸ ਹੋਇਆ ਅਤੇ ਵਿਸ਼ਵ ਜਾਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੇ ਰੂਪ ਵਿੱਚ ਇਹਨੂੰ ਮਿਲਿਆ, ਤਾਂ ਕਿ ਦੁਨੀਆ ਪੱਧਰ ਦੇ ਵਿੱਚ ਜਿਹੜੇ ਲੋਕ ਆਪਣੀ ਭਾਸ਼ਾਵਾਂ, ਆਪਣੀ ਜਿਹਨੂੰ ਕਹਿ ਲਓ ਕਿ ਇੱਕ ਮਲਟੀ ਲੈਂਗੁਇਸਟਿਕ ਜਿਹੜਾ ਖਿੱਤਾ ਆ, ਪੂਰਾ ਗਲੋਬ ਆ, ਇਸ ਦੀ ਪ੍ਰਮੋਸ਼ਨ ਦੀ ਬਾਤ ਇਹਦੇ ਵਿੱਚ ਆਈ। ਅੱਜ ਹੀ ਮੈਂ ਕੁਝ ਦਿਨਾਂ ਨਾਲ ਬਾਤ ਕਰ ਰਿਹਾ ਸੀ, ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਤ ਤੁਹਾਡੇ ਨਾਲ ਕੀਤੀ ਕਿ ਅੱਖਰਾਂ ਦੀ ਗੱਲ ਹੈ, ਬੋਲੀ ਦੀ ਗੱਲ ਹੈ, ਭਾਸ਼ਾ ਦੀ ਗੱਲ ਹੈ, ਅਤੇ ਗੁਰੂ ਮਹਾਰਾਜ ਦੀ ਬਾਣੀ ਆਪਣੇ ਆਪ ਵਿੱਚ ਇੱਕ ਵੰਨਗੀ ਹੈ, ਇੱਕ ਵਿਸ਼ਵ ਨੂੰ, ਇੱਕ ਸੰਸਾਰ ਨੂੰ ਲੀਡ ਕਰਨ ਵਾਲੀ ਰਚਨਾ ਹੈ। ਜੋ ਮੈਂ 2-4 ਤੁਹਾਡੇ ਸਾਹਮਣੇ ਜੋ ਵੰਨਗੀਆਂ ਬਿਆਨ ਕਰਾਂ, ਤੇ ਅਸੀਂ ਦੇਖਦੇ ਹਾਂ ਇਹ ਸਾਊਥ ਏਸ਼ੀਅਨ ਖਿੱਤੇ 'ਚ ਲਿਖੀ ਗਈ ਰਚਨਾ ਆ, ਜਿੱਥੇ ਜਿਹੜੇ ਉੱਥੋਂ ਦੇ ਆਮ ਜੰਮਪਲ ਲੋਕ ਸੀਗੇ ਉਸ ਖਿੱਤੇ ਦੇ ਵਿੱਚ,
ਉਹਨਾਂ ਦਾ ਅਰਬਾਂ ਦੇ ਨਾਲ ਵਾਹ ਵਾਸਤਾ ਪਿਆ 9ਵੀਂ 10ਵੀਂ ਸਦੀ ਦੇ ਵਿੱਚ, ਜਿਹਦੇ ਅੰਦਰ ਉੱਥੋਂ ਮੰਗੋਲ ਉੱਠ ਕੇ ਆਏ, ਉੱਥੇ ਖੁਰਾਸਾਨ ਤੋਂ ਆਏ ਉੱਠ ਕੇ, ਉਹ ਲਟੇਰੇ ਬਣ ਕੇ ਆਏ, ਮਾਰਿਆ ਕੁੱਟਿਆ, ਫਿਰ ਹੌਲੀ ਹੌਲੀ ਉਹਨਾਂ ਨੇ ਇਹਨਾਂ ਦੇ ਉੱਤੇ ਬਹੁਤ ਵੱਡੇ ਲੈਵਲ 'ਤੇ ਇਹਨਾਂ ਨੂੰ ਓਪਰੈਸ ਕੀਤਾ, ਇਹਨਾਂ ਨੂੰ ਬੜਾ ਮਤਲਬ ਰੂਲਰਸ ਬਣੇ, ਇਹਨਾਂ ਨੂੰ ਸਲੇਵ ਦੇ ਤੌਰ 'ਤੇ ਰੱਖਿਆ। ਅਤੇ ਜ਼ਾਹਰ ਸੀ ਕਿ ਇਸ ਸਾਰੇ ਦੇ ਨਾਲ ਇਸ ਖਿੱਤੇ ਦੇ ਵਿੱਚ ਲੋਕਾਂ ਦੇ ਪ੍ਰਤੀ ਇੱਕ ਨਫ਼ਰਤ ਵੀ ਹੁੰਦੀ। ਉਸ ਨਫ਼ਰਤ ਦੇ ਵਿੱਚੋਂ ਉਹਨਾਂ ਦੇ ਰਹਿਣ ਸਹਿਣ ਸਭ ਚੀਜ਼ ਨੂੰ ਲੋਕਾਂ ਨੇ ਭਾਵੇਂ ਓਪਨਲੀ ਤੇ ਨਹੀਂ ਪਰ ਆਪਣੇ ਮਨ ਮੰਡਲ ਦੇ ਵਿੱਚ ਜਾਂ ਬਾਹਰ ਆਪਣੇ ਘਰਾਂ ਥਾਵਾਂ ਦੇ ਵਿੱਚ ਉਹਨੂੰ ਦੁਤਕਾਰਿਆ ਜਾਂ ਉਹਨੂੰ ਇਸ ਤਰੀਕੇ ਨਾਲ ਕਿਹਾ, ਅਤੇ ਉਹਨਾਂ ਨੂੰ ਇੱਕ ਲਫ਼ਜ਼ ਯੂਜ਼ ਕੀਤਾ ਮਲੇਛ, ਵੀ ਇਹ ਲੋਕ ਜਿਹੜੇ ਨੇ ਇਹ ਮਲੇਛ ਨੇ, ਮੈਲੇ ਨੇ, ਭਾਵ ਇਹ ਲੋਕ ਨਫ਼ਰਤ ਕਰਨ ਦੇ ਯੋਗ ਨੇ। ਇਸ ਕਿਸਮ ਦੀ ਬਾਤ ਆਈ। ਅਤੇ ਮਲੇਛਾਂ ਦੀ ਭਾਸ਼ਾ ਉੱਥੋਂ ਤੇ ਬੜੀ ਨਫ਼ਰਤ ਹੋਣੀ ਚਾਹੀਦੀ ਹੈ, ਕਿਉਂਕਿ ਉਹ ਜਿਹਨੂੰ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਆਪ ਆਪਣੇ ਸ਼ਬਦਾਂ 'ਚ ਲਿਖਿਆ ਕਿ ਰੂਲਰ ਜਮਾਤ ਕਰਦੀ ਕੀ ਹੈ ਕਿ ਲੋਕਾਂ ਨੂੰ ਪ੍ਰੈਸ ਕਰਦੀ ਹੈ, ਉਹਨਾਂ ਨੂੰ ਦਬਾਉਂਦੀ ਹੈ, ਅਤੇ ਲੋਕ ਉਸ ਦਬਾਅ ਨੂੰ ਕਬੂਲ ਕਰ ਲੈਂਦੇ। ਇਹ ਕੋਈ ਮਨੁੱਖ ਦਾ ਸੁਭਾਅ ਨਹੀਂ ਹੋਣਾ ਚਾਹੀਦਾ ਐਵੇਂ ਦਾ। ਜਿਵੇਂ ਸਾਹਿਬ ਬਚਨ ਕਰਦੇ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਹਾਰੀ। ਝਾਤ ਮਾਰ ਕੇ ਦੇਖੋਗੇ ਆਮ ਭਾਰਤੀ ਵਸਨੀਕ ਲੋਕ ਆਪਣੀ ਬੋਲ ਬਾਣੀ ਛੱਡ ਗਏ ਨੇ, ਆਪਣੀ ਬੋਲੀ ਛੱਡ ਗਏ ਨੇ, ਗੁਫ਼ਤਗੂ ਆਪਣੀ ਛੱਡ ਗਏ ਨੇ, ਬਲਕਿ ਜਿਵੇਂ ਉਹਨਾਂ ਨੂੰ ਉਹ ਰੂਲਿੰਗ ਜਮਾਤ ਓਪਰੈਸ ਕਰਦੀ ਹੈ। ਉਹ ਕੀ ਕਹਿ ਰਹੀ ਹੈ? ਘਰ ਘਰ ਮੀਆਂ, ਮਤਲਬ ਉਹਨਾਂ 'ਚ ਆਮ ਕਰਕੇ ਬੋਲ ਬਾਣੀ ਦੇ ਵਿੱਚ ਮੀਆਂ ਕਹਿ ਕੇ ਬੁਲਾਉਣਾ, ਮਤਲਬ ਸੰਬੋਧਨ ਹੀ ਇਹ ਕਰਨਾ। ਜਿਹੜਾ ਇੱਥੋਂ ਦਾ ਆਪਣਾ ਐਡਰੈਸਿੰਗ ਸਟਾਈਲ ਸੀ ਲੋਕਾਂ ਦਾ, ਭਈਆ, ਭਰਾ, ਵੀਰ, ਇਹ ਸਭ ਨੂੰ ਛੱਡ ਦਿੱਤਾ। ਉਹਨਾਂ ਦੀ ਬੋਲੀ, ਉਹਨਾਂ ਦੇ ਸੰਬੋਧਨ, ਉਹਨਾਂ ਦੇ ਰੂਪ ਨੂੰ ਅਪਣਾ ਲਿਆ, ਇਸ ਤਰੀਕੇ ਦੇ ਨਾਲ ਲੈ ਲਿਆ ਗਿਆ। ਮਤਲਬ ਇਹ ਬਾਤ ਹੋ ਰਹੀ ਹੈ। ਪਰ ਇਸ ਹੋਣ ਦੇ ਬਾਵਜੂਦ ਵੀ ਕੀ ਇਹ ਬੋਲੀ ਦੇ ਨਾਲ ਨਫ਼ਰਤ ਕਰਕੇ ਇਸ ਨੂੰ ਬਿਲਕੁਲ ਫਨਾ ਕਰਤਾ ਜਾਏ, ਖ਼ਤਮ ਕਰ ਦਿੱਤਾ ਜਾਏ, ਇਹ ਕੋਈ ਚੰਗੇਰੀ ਅਪਰੋਚ ਨਹੀਂ ਗਈ। ਬਿਨਾਂ ਸ਼ੱਕ ਉਹ ਰੂਲਿੰਗ ਜਮਾਤ ਦੀ ਜ਼ਬਾਨ ਆ, ਅਤੇ ਉਹ ਇਸ ਤਰੀਕੇ ਦੇ ਨਾਲ ਲਗਾਤਾਰ ਸਮਾਜ ਨੂੰ ਉਹ ਸਲੇਵ ਬਣਾਉਂਦੀ ਹੈ, ਸਭ ਚੀਜ਼ਾਂ ਕਰਦੀ ਹੈ। ਜਿਵੇਂ ਤੁਸੀਂ ਆਪ ਨੇ ਰੀਸੈਂਟਲੀ ਇੱਕ ਉਹ ਸਾਇੰਟਿਸਟ ਸਾਡਾ ਜਿਹਨੇ ਰੀਸੈਂਟਲੀ ਅਵਾਰਡ ਜਿਹੜਾ ਇਨਾਮ ਸੀਗਾ, ਅਵਾਰਡ ਜਿਹੜਾ ਮਿਲ ਰਿਹਾ ਸੀ, ਉਸ ਨੂੰ ਵੀ ਉਹਨੇ ਤਲਾਂਜਲੀ ਦੇ ਦਿੱਤੀ ਪੰਜਾਬ ਕਿਰਸਾਨੀ ਸੰਘਰਸ਼ ਦੇ ਵਿੱਚ। ਤੋਂ ਇੱਕ ਸਟੇਜ ਤੋਂ ਆਪਣੇ ਇੱਕ ਤਜਰਬੇ ਨੂੰ ਸਾਂਝਾ ਕਰ ਰਿਹਾ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਜਿਹੜਾ ਗੋਰਾ ਉੱਥੋਂ ਦਾ ਇੱਕ ਸਕਾਲਰ ਬੰਦਾ, ਉਹ ਦੱਸ ਰਿਹਾ ਉਹਨੂੰ ਕਿ ਬ੍ਰਿਟਿਸ਼ ਕਲੋਨੀਅਲ ਪੀਰੀਅਡ ਨੇ ਉਸ ਸਮੇਂ ਦੇ ਵਿੱਚ ਕਿਹੋ ਜਿਹੀ ਅਪਰੋਚ ਅਡੋਪਟ ਕੀਤੀ ਪੰਜਾਬ ਬਾਰੇ ਅਤੇ ਪੰਜਾਬੀਅਤ ਬਾਰੇ ਅਤੇ ਸਿੱਖਾਂ ਬਾਰੇ। ਉਹ ਸਾਰੀ ਬਾਤ ਸੀ। ਉਹ ਕਹਿੰਦਾ ਵੀ 6 ਆਨੇ ਦੇ ਕਾਇਦੇ ਲਏ ਗਏ, ਜਿਹੜਾ 3 ਆਨੇ ਦੇ ਹਥਿਆਰ ਲਏ ਗਏ। ਇਹ ਸਾਰੀ ਆਪਨੇ ਬੜੀ ਸਪਰੈਡ ਹੋਈ ਚਾਰ ਚੁਫੇਰੇ ਉਸ ਤਰੀਕੇ ਦੇ ਨਾਲ ਸਾਰੀ ਬਾਤ। ਹੁਣ ਉਹਦੇ 'ਚ ਕੀ ਹੈ ਕਿ ਕਾਇਦੇ ਲੈਣੇ, ਲਿਖਾਵਟ ਲੈਣੀ, ਇੱਕ ਰਾਈਟਿੰਗ ਸਟਾਈਲ ਖ਼ਤਮ ਕਰ ਦੇਣਾ, ਇੱਕ ਪੜ੍ਹਾਈ ਦਾ, ਇੱਕ ਵਿੱਦਿਆ ਦਾ ਸੋਰਸ, ਇੱਕ ਜ਼ਬਾਨ, ਇੱਕ ਐਜੂਕੇਸ਼ਨ ਸਿਸਟਮ ਨੂੰ ਜਿਹੜਾ ਹੈਗਾ ਉਸ ਨੂੰ ਬਰਬਾਦ ਕਰਨਾ, ਤਬਾਹ ਕਰਨਾ। ਸਿੱਖੀ ਆਸ਼ੇ ਦੇ ਵਿੱਚ ਹਾਲਾਂਕਿ ਉਹਨਾਂ ਦੀ ਉਸ ਅਪਰੋਚ ਨੂੰ ਅਡੋਪਟ ਨਹੀਂ ਕੀਤਾ, ਉਹਨੂੰ ਗਲਤ ਕਿਹਾ ਗਿਆ, ਉਹਨੂੰ ਬਲਕਿ ਗੁਰੂ ਸਾਹਿਬ ਨੇ ਐਲਾਨੀਆ ਕਿਹਾ ਭਾਈ ਇਹ ਗੱਲ ਗਲਤ ਹੈ, ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ। ਦੂਜਿਆਂ ਦੇ ਉੱਤੇ ਆਪਣਾ ਸੱਭਿਆਚਾਰ, ਆਪਣੀ ਬੋਲੀ ਨਹੀਂ ਥੋਪਣੀ ਚਾਹੀਦੀ। ਪਰ ਬੋਲੀ ਕਿਸੇ ਦੀ ਵੀ ਹੋਏ, ਉਸ ਨੂੰ ਸਿੱਖਣ ਦੇ ਵਿੱਚ, ਉਸ ਨੂੰ ਬੋਲਣ ਦੇ ਵਿੱਚ, ਜਾਂ ਉਹਨਾਂ ਲੋਕਾਂ ਨੂੰ ਉਸ ਤਰੀਕੇ ਦੇ ਨਾਲ, ਉਸ ਬੋਲੀ ਦੇ ਨਾਲ ਉਹਨਾਂ ਦਾ ਜਿਹੜਾ ਸਨੇਹ ਸਤਿਕਾਰ ਆ, ਉਸ ਨੂੰ ਕਿਸੇ ਤਰੀਕੇ ਨਾਲ ਵੀ ਘਟਾਇਆ ਨਹੀਂ ਜਾ ਸਕਦਾ, ਅਤੇ ਨਾ ਉਹਨੂੰ ਘਟਾ ਕੇ ਬਿਆਨ ਕਰਨਾ ਚਾਹੀਦਾ ਹੈ। ਬਲਕਿ ਜਿੰਨੀਆਂ ਜ਼ਬਾਨਾਂ, ਜਿੰਨੀ ਬੋਲ ਬਾਣੀ ਇਸ ਧਰਤੀ ਦੇ ਉੱਤੇ ਹੈ, ਇਹ ਮੌਜੂਦ ਰਹਿਣੀ ਚਾਹੀਦੀ ਹੈ। ਇਹਦੀ ਮਿਸਾਲ ਗੁਰੂ ਗ੍ਰੰਥ ਸਾਹਿਬ ਨੇ ਜਿਹੜੀ ਬਾਤ ਆਰੰਭ ਕਰ ਰਹੇ ਸੀ। ਅਸੀਂ ਤਿਲੰਗ ਰਾਗ ਪੜ੍ਹਦੇ ਹਾਂ, ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਹਕਾ ਕਬੀਰ ਕਰੀਮ ਬੇਆਏ ਪਰਵਰਦਗਾਰ। ਹੁਣ ਇਹ ਸ਼ਬਦ ਤੁਸੀਂ ਪੜ੍ਹੋ, ਕੋਈ ਈਰਾਨ ਤੋਂ ਆਇਆ ਹੋਇਆ ਤੁਹਾਡਾ ਆਂਢੀ ਗੁਆਂਢੀ ਹੋਏ, ਅਸੀਂ ਮਲਟੀਕਲਚਰਲ ਸੁਸਾਇਟੀ 'ਚ ਰਹਿ ਰਹੇ ਹਾਂ, ਉਹਦੇ ਸਾਹਮਣੇ ਇਹ ਸ਼ਬਦ ਪੜ੍ਹਿਆ ਜੇ, ਉਹ ਰਾਈਟ ਵੇ ਕਹੇਗਾ ਤੈਨੂੰ ਮਖਮਲੀ ਫਾਰਸੀ ਆਉਂਦੀ ਹੈ, ਡੂ ਯੂ ਨੋ ਦ ਵੈਲਵਟ ਪਰਸ਼ੀਅਨ, ਮਤਲਬ ਇੰਨੀ ਕਮਾਲ ਦੀ ਫਾਰਸੀ ਬੋਲ ਰਿਹਾ ਤੂੰ। ਭਾਈ ਇਹ ਗੁਰੂ ਗ੍ਰੰਥ ਸਾਹਿਬ ਦੀ ਬਣ ਗਈ ਹੈ, ਕੱਲੀ ਇਹ ਨਹੀਂ ਗਈ। ਮਲਟੀ ਲੈਂਗੁਇਸਟਿਕ ਸਾਈਡ ਨੂੰ ਕਿਵੇਂ ਗੁਰੂ ਗ੍ਰੰਥ ਸਾਹਿਬ ਸਾਡੇ ਸਾਹਮਣੇ ਬਿਆਨ ਕਰਦਾ। ਜਿਹੜਾ ਕੁਮਾਂਤਰੀ ਬੋਲੀ ਦਿਹਾੜਾ ਅਸੀਂ ਦਿਵਸ ਦੇ ਰੂਪ ਵਿੱਚ ਦੇਖ ਰਹੇ ਹੈਗੇ ਆ, ਇਹ ਸਿਰਫ ਇਸ ਤਰ੍ਹਾਂ ਕਹਿ ਲਈਏ ਕਿ ਅੱਜ ਦੇ ਮਾਡਰਨ ਜਾਂ ਪੋਸਟ ਮਾਡਰਨ ਪੀਰੀਅਡ ਦੇ ਵਿੱਚ ਮਨੁੱਖਾਂ ਨੇ ਇੱਕ ਕਾਢਤ ਕੱਢ ਲਈ ਹੋਏ, ਤੇ ਉਸ ਗੁਰੂ ਗ੍ਰੰਥ ਸਾਹਿਬ ਤੇ ਇਸ ਨੂੰ ਲੀਡ ਕਰ ਰਿਹਾ। ਬਲਕਿ ਹੋਰ ਰੰਗ ਦੇਖੋ ਤੁਸੀਂ, ਮਤਲਬ ਇੱਕ ਵੰਨਗੀ ਦਿਖਾਈ ਮੈਂ ਤੁਹਾਡੇ ਸਾਹਮਣੇ। ਆਪ ਇਹਦੇ 'ਚ ਗਾਥਾ ਬਾਣੀ ਪੜ੍ਹਦੇ ਹੋ ਜਾਂ ਸ਼ਲੋਕ ਸਹਿਸਕ੍ਰਿਤੀ,
मतलब क्लासिकल लैंगुएज जिहड़ी शास्त्रां दी भाषा पुराने समय तो रही, उस रूप दे विच गुरु महाराज ने जदों ये बयान किया कि साडी ब्राह्मण रीत रहो रीत दे नाल ब्राह्मण गुरु है, जगत का भगतन का गुरना है। भाई जो पंडित मुल्ला जो लिख दिया छाड़ चले हम कछू ना लिया, भाई उन्हां दे शास्त्रां च दिते गए ज्ञान उन्हां किताबां नाल साडा कोई वास्ता नहीं, उहदा राह वखरा है, साडा राह वखरा है। पर इहदे बावजूद भी जे आपां गुरु ग्रंथ साहिब दी बाणी पढ़दे आ ते आप जी जिहड़ा हैगा आ श्लोक संस्कृति पढ़ो ते उन्हां दे विच आप पढ़ोगे कि जदों गुरु महाराज बयान करते हैं कि वह बंदे तू असी कई बार श्लोक पढ़ते हैं, विलंब नह विलंब धर्मं विलंब पापं दृढ़ंत नामं तजंत लोभं शरण संतं किलविक नासनं। कोई की है हुण कोई संस्कृत या कोई पुरानी बोली गाथा नूं जानन वाला होए, वो ये शब्द सुने, मुख झूठ विभूखण सारंग त्रैपाल तिहाल विचारंग माला तिलक लाटंग दो धोती वस्त्र कपाटंग, वो कहेगा तू संस्कृत के श्लोक पढ़ रहे हैं? भाई हाँ, यदि अब बिल्कुल एग्जैक्टली वो ही है। ये गुरु महाराज ने गुरमुखी अखरां दे विच बिल्कुल वो साउंड करते हुए लफज वर्ड बिल्कुल उस बोली नूं एक तरह दे नाल उहदे विच थां दे दित्ती। पर गल्ला यही नहीं, उस खिते दे रीजनल जिन्नियां लैंगुएजेस हैगियां उन्हां दी वणगी जे अज भी तुसी ईवन भारती खिते दियां बहुत सारियां वैबसाइट्स ते जाओगे, और गवर्नमेंट वैबसाइट्स ते जाओगे तो उत्थे जिहड़ियां उत्थों दे लैंगुइस्टिक रूट्स वगैरह नूं देखोगे तो आप हैरान होवोगे कि उत्ते कश्मीरी है, एक पासे थोड़े जिहे डोगरी दा इलाका आ जाएगा, फिर थल्ले पंजाबी है, उस तो बाद सारी बैल्ट थल्ले वाली जिहड़ी है वड्डा हिस्सा जिहड़ा मिडल पार्ट है पूरे मुल्क दा उन्होंने हिंदी च लिखता जाएगा। हालांकि हकीकत यह है वो सारा दा सारा एक मल्टी लैंगुइस्टिक एरिया है, सारा दा सारा ਉਹਦੇ ਵਿੱਚ ਭਾਸ਼ਾਵਾਂ ਦੀ ਇੱਕ ਮਹਾਨ ਵੰਨਗੀ ਹੈ। ਆਪ ਜੇ ਪੰਜਾਬ ਦੇ ਬਾਬਤ ਦੇਖੋ ਤੇ ਪੰਜਾਬ ਦੇ ਵਿੱਚ ਕਿੰਨੀਆਂ ਬੋਲੀਆਂ, ਤੇ ਫਿਰ ਜਿਵੇਂ ਜਿਵੇਂ ਪੰਜਾਬ ਤੋਂ ਬਾਹਰ ਨਿਕਲੋਗੇ ਉਹਦੇ ਤੁਹਾਨੂੰ ਬੰਗਲਾਦੇਸ਼ ਦੀ ਬੋਲੀ ਮਿਲੇਗੀ ਜਿਹਨੂੰ ਹਰਿਆਣਵੀ ਦੇ ਰੂਪ ਵਿੱਚ ਅਸੀਂ ਵੇਖਦੇ ਹੈਗੇ ਆ। ਉਹਦੇ ਵਿੱਚ ਫਿਰ ਅਗਾਂਹ ਵੰਨਗੀਆਂ ਮਿਲਣਗੀਆਂ, ਤੁਹਾਨੂੰ ਉਹਦੇ 'ਚ ਮੇਵਾਤੀ ਮਿਲੇਗੀ, ਰਾਜਸਥਾਨੀ ਮਿਲੇਗੀ, ਉਹਦੇ 'ਚ ਤੁਸੀਂ ਉਹਨੂੰ ਉਰਲੇ ਪਾਸੇ ਮੈਥਲੀ, ਬ੍ਰਿਜ, ਅਵਧੀ, ਉਹਦੇ 'ਚ ਤੁਹਾਨੂੰ ਅੱਗੇ ਜਾ ਕੇ ਭੋਜਪੁਰੀ, ਦੇਖੋ ਕਿੰਨੀਆਂ ਭਾਸ਼ਾਵਾਂ ਉਸ ਰੂਪ ਦੇ ਵਿੱਚ। ਜਿਨ੍ਹਾਂ ਸਾਰਿਆਂ ਦੀ ਵੰਨਗੀ ਦੇਖਣੀ ਹੋਏ ਤੇ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਆ ਜਾਓ। मैं तुहाडे सामने दो चार शब्द होर पढ़ देना मिसाली तौर पर, सिर्फ एक एग्जाम्पल देने वास्ते। असी शब्द पढ़ते हैं, गर्भ गहेलड़ो मूड़ड़ो हियोरी महराज री गाठड़ियो गणो 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 सद लोड़ा बिन लैना कैठे पायोरी। गुरु अर्जन साहब का शब्द है। आप बिना शक पंजाबी जबान दे विच मास्टर्स कीती होए, जे शब्द पढ़ोगे सुनोगे समझ लगे की कह रहे गुरु महाराज। या असी भगत नाम जी के कुछ शब्दों इस तरीके नाल पढ़ते हैं कि जिहदे चो जिक्र करते, पहलपुर साबरा थोनपुर सादमरा असगा अस उसका हरका बागरा नाचा पिंदी मैं सागरा। हुक्मनामे का शब्द आपने कई बार सुनिया होना। हुण ये की है? ये क्लासिकल मराठी है, मराठी। हुण ये जबाना गुरु ग्रंथ साहिब विच मौजूद ने। महाराज ने उस समय उस दौर दे विच जो मल्टी लैंगुइस्टिक रूप सीगा, जो एक बहुभाषाई परिपेख आ मनुखी समाज का, महाराज ने उसकी वकालत की, उसकी एडवोकेसी की। महाराज ने कहा मनुखों के हाव भाव को बयान करने वास्ते जो भाषावां, जो सभ्याचार उन्हां दीयां पुश्तां ने उन्होंने दिता है। अज इत्थे बात की जाती साडे इस सोसाइटी दे विच, मैं काउंसलिंग विच हां ते काउंसलिंग च गल की जाती है कि वी नीड कल्चरली, स्पिरिचुअली एंड लैंगुइस्टिकली एप्रोप्रीएट काउंसलर्स, ਜਿਹੜੇ ਲੋਕਾਂ ਦੇ ਰੂਹਾਨੀ ਰੂਟਸ ਨੂੰ ਪਕੜ ਸਕਣ, ਉਹਨਾਂ ਦੇ ਸੱਭਿਆਚਾਰਕ ਪੱਖ ਨੂੰ ਵੇਖ ਸਕਣ, ਉਹਨਾਂ ਦੀ ਭਾਸ਼ਾਈ ਲੋੜ ਨੂੰ ਪੂਰਾ ਕਰ ਸਕਣ। ਉਹੋ ਜਿਹੇ ਸਾਨੂੰ ਕਾਉਂਸਲਰਸ ਚਾਹੀਦੇ ਨੇ, ਉਹੋ ਜਿਹੇ ਉਹ ਲੋਕ ਚਾਹੀਦੇ ਨੇ ਜਿਹੜੇ ਉਹਨਾਂ ਨੂੰ ਸਪੋਰਟ ਕਰ ਸਕਣ, ਉਹਨਾਂ ਦੀ ਗੱਲਬਾਤ ਨੂੰ ਅਹਿਸਾਸ ਸਮਝ ਸਕਣ ਇਸ ਰੂਪ ਦੇ ਅੰਦਰ। ਸੋ ਇਹ ਸਾਰਾ ਜਿਹੜੇ ਬਾਤ ਆ ਇਹ ਸਾਡੇ ਸੱਭਿਆਚਾਰ ਦਾ ਇੱਕ ਹਿੱਸਾ, ਉਹਦੇ ਨਾਲ ਬਿਲਕੁਲ ਇਹ ਟਾਈ ਕਰਦੀ ਹੈ ਚੀਜ਼, ਉਹਦੇ ਨਾਲ ਬਰਾਬਰ ਆ ਕੇ ਖੜਦੀ ਹੈ। ਸੋ विश्व जो कुमांतरी माँ बोली दिहाड़ा आ, यदि आप सारे मुबारकबाद। ये मैं भी बेनती कराँगा कि ये प्रति साढ़े कुछ फरजात भी है जिन्होंने असी अपने ड्यूटीज़ कह सकते हैं। वो फरजात में चीज़ां देखने की लोड़ आ कि जे हुण गुरमुखी अखर ही ने,
मैं इत्थे बेनती करांगा, अजे असीं बहुत इस पक्ष तो बड़े किस्मत वाले हाँ, बड़ा साडा मुकद्दस आ। मैं कहाँ कि साडे कोल असीं आप साडे पहली जनरेशन साडे माँ बाप जिहड़े साडे बच्चों के नानके दादके या नाने दादे बनते इस रूप के नाने नानियाँ दादे दादियाँ वो साडे आले दुआले मौजूद ने। उन्हां दे नाल जे साडी नैक्सट जनरेशन की इंटरैक्शन उन्हां दी सांझ ते भाईवालता प्रॉपरली बनेगी, सच्चे रूप में बढ़ेगी, ਉਹਦੇ ਨਾਲ ਭਾਸ਼ਾ ਜਿਹੜੀ ਹੈ ਉਹ ਪਿਛਲੀ ਜਨਰੇਸ਼ਨ ਤੋਂ ਅਗਲੀ ਜਨਰੇਸ਼ਨ ਤੱਕ ਪਾਸ ਆਨ ਹੋ ਜਾਏਗੀ, ਉਸ ਤਰੀਕੇ ਨਾਲ ਉਹਨਾਂ ਤੱਕ ਪਹੁੰਚ ਜਾਏਗੀ। ਇੱਕ ਬੋਲਣ ਦੇ ਰੂਪ ਦੇ ਵਿੱਚ ਹੈ, ਬਾਕੀ ਪੜ੍ਹਨ ਸਮਝਣ ਉਸ ਤਰੀਕੇ ਨਾਲ ਬਾਤ ਕੀਤੀ ਜਾਏ। ਦੇਖੋ ਨਨਕਾਣਾ ਸਾਹਿਬ ਦੇ ਸਾਕੇ ਦੀ ਵੈਸੇ ਮੈਂ ਬਾਤ ਪਾਉਣੀ ਸੀ ਕਿਉਂਕਿ ਉਸ ਤਰੀਕੇ ਨਾਲ ਅੱਜ ਬੜਾ ਉਮਦਾ ਦਿਹਾੜਾ ਸੀਗਾ, ਬਟ ਆਉਂਦੇ ਕੱਲ ਸਹੀ, ਅੱਜ ਸਿਰ ਮੈਂ ਇੱਥੇ ਫੋਕਸ ਕਰਾਂ, ਸਮਾਂ ਹੋ ਚੱਲਾ ਆਪਣਾ। ਉਹਦੇ ਅੰਦਰ ਇਹ ਹੈ ਕਿ ਜੇ ਆਪਾਂ ਇਹ ਦੇਖੀਏ ਕਿ ਸਾਡੀ ਹੈਰੀਟੇਜ, ਸਾਡੀ ਵਿਰਾਸਤ, ਸਾਡਾ ਉਹ ਸਾਰਾ ਰੰਗ ਜਿਹੜਾ ਆ, ਜੇ ਉਸ ਨੂੰ ਅਸੀਂ ਇੰਨੀ ਸਟਰਗਲ ਦੇ ਨਾਲ, ਇੰਨੀਆਂ ਸ਼ਹਾਦਤਾਂ ਨਾਲ ਬਚਾ ਕੇ ਇੱਥੋਂ ਤੱਕ ਲੈ ਕੇ ਆਏ ਤੇ ਹੁਣ ਸਾਡੀਆਂ ਜਨਰੇਸ਼ਨਸ ਅੱਗੋਂ ਜਿਹੜੀਆਂ ਨੇ ਉਹ ਭੁਲਾ ਦੇਣਗੀਆਂ, ਕਿੱਡੀ ਸਾਡੇ ਵਾਸਤੇ ਮਿਹਣੇ ਵਾਲੀ ਗੱਲ ਹੋਏਗੀ। ਤੇ ਫਿਰ ਇਹ ਨੁਕਸਾਨ ਕਿੱਡਾ ਵੱਡਾ ਆ। ਮੈਂ ਛੋਟੇ ਜਿਹੇ ਇੱਕ ਦੋ ਰੰਗ ਇਹ 'ਚ ਐਡ ਕਰਾਂਗਾ। ਉਹਦੇ ਅੰਦਰ ਇਹ ਹੈ ਕਿ ਸਪੋਜ਼ ਹੁਣ ਪੰਜਾਬੀ ਬੋਲੀ ਹੈ, ਇਸ ਨੂੰ ਜੇ ਆਪਾਂ ਲਿਖਣ ਪੜ੍ਹਨ ਦੀ ਬਾਤ ਵਿੱਚ ਲੈ ਕੇ ਆਉਂਦੇ ਹਾਂ ਤੇ ਇਹ ਲਿਖਣ ਪੜ੍ਹਨ ਵਿੱਚ ਜੇ ਸਾਡੇ ਆਉਣ ਵਾਲੀਆਂ ਪੁਸ਼ਤਾਂ 'ਚ ਜਾਂਦੀ ਹੈ ਤੇ ਉਹ ਇਕੱਲੀ ਸਿਰਫ ਉਹਨਾਂ ਨੂੰ ਇਹ ਨਹੀਂ ਕਿ ਊੜਾ ਐੜਾ ਈੜੀ ਪੰਜਾਬੀ ਲੈਟਰਸ ਆ ਗਏ ਤੇ ਇਹੀ ਚੀਜ਼ ਆ। ਇਹਦੇ ਨਾਲ ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਸਭ ਤੋਂ ਵੱਡੀ ਲੋੜ ਆ, ਜਿਹਨੂੰ ਅਸੀਂ ਅਧਿਆਤਮੀ ਲੋੜ, ਸਪਿਰਿਚੁਅਲ ਰੂਹਾਨੀ ਜ਼ਰੂਰਤ ਕਹਿੰਦੇ ਆ, ਜਿਹੜੀ ਉਹਨਾਂ ਦੀ ਮਨ ਮੰਡਲ ਦੀ ਦੁਨੀਆ ਨੂੰ ਸਹੇਜਣ ਤੇ ਸਮਝਣ ਵਾਸਤੇ ਲੋੜ ਆ, ਉਹ ਪੂਰੀ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਜਾਏਗੀ। ਜੇ ਇਹ ਚੀਜ਼ ਨਹੀਂ ਹੋਏਗੀ, ਨਨਕਾਣਾ ਸਾਹਿਬ ਦੇ ਸਾਕੇ ਤੇ ਕੱਲ ਨੂੰ ਮੈਂ ਥੋੜੀ ਬਾਤ ਪਾਵਾਂਗਾ, ਪਰ ਟੂਕ ਮਾਤ ਜਿਹੜੀ ਬੇਨਤੀ ਕਰਨ ਲੱਗਾ ਉਹ ਹੈ ਕਿ ਇਹਦੇ 'ਚ ਤੁਸੀਂ ਪਿਛੋਕੜ 'ਚ ਦੇਖਦੇ ਆ ਤੇ ਪਿਛੋਕੜ 'ਚ ਇਹ ਪਤਾ ਲੱਗਦਾ ਹੈ ਕਿ ਜਿਵੇਂ ਹੀ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਗੁਜ਼ਰਦਾ ਆ, ਉਹਨਾਂ ਦੇ 10 ਸਾਲ ਦੇ ਸਮੇਂ ਗੁਜ਼ਰਨ ਤੋਂ ਬਾਅਦ ਜਿਹੜੇ ਨੇ ਸਿੱਖ ਐਂਗਲੋ ਵਾਰਸ ਜਿਹੜੀਆਂ ਨੇ ਉਹ ਹੁੰਦੀਆਂ ਨੇ ਉਸ ਤਰੀਕੇ ਦੇ ਨਾਲ, ਤੇ ਬ੍ਰਿਟਿਸ਼ ਰੂਲਰਸ ਕੰਟਰੋਲ ਕਰ ਲੈਂਦੇ ਨੇ। ਉਹਦੇ ਨਾਲ ਜਿਹੜੀ ਇੱਕ ਵੱਡਾ ਚੈਲੰਜ ਆਉਂਦਾ, ਉਹ ਆਉਂਦੀ ਹੈਗੀ ਏ ਸਿੱਖ ਪਰਿਵਾਰਾਂ ਦੇ ਵਿੱਚ ਸਿੱਧੇ ਤੌਰ ਤੇ ਕਨਵਰਜਨ, ਮਤਲਬ ਉਹਨਾਂ ਦੇ ਧਰਮ ਵਿਸ਼ਵਾਸਾਂ ਦੇ ਉੱਤੇ ਸਿੱਧਾ ਡਾਕਾ ਮਾਰਿਆ ਜਾਂਦਾ। ਉਹ ਲੋਅਰ ਕਲਾਸ ਦੇ ਉੱਤੇ ਉਸ ਤਰੀਕੇ ਨਾਲ ਨਹੀਂ ਕਰਦੇ, ਪਰ ਜਿਹੜੀ ਹਾਇਰ ਕਲਾਸ ਹੈ, ਹਾਇਰ ਕਲਾਸ ਦੇ ਵਿੱਚ ਜਿਹੜਾ ਮਹਾਰਾਜਾ ਦਲੀਪ ਸਿੰਘ, ਇਸ ਤੋਂ ਵੱਡੀ ਮਿਸਾਲ ਕੀ ਲਓਗੇ ਤੁਸੀਂ? ਬਲੈਕ ਪ੍ਰਿੰਸ ਮੂਵੀ ਬਣੀ ਇਹਦੇ ਉੱਤੇ, ਯੂ ਮਾਈਟ ਹੈਵ ਸੀਨ, ਯੂ ਮਾਈਟ ਹੈਵ ਐਕਚੁਅਲੀ, ਤੁਸੀਂ ਉਸ ਤਰੀਕੇ ਨਾਲ ਕਰੋ। ਉਹਨੂੰ ਇੰਟੈਂਸ਼ਨਲੀ ਕਨਵਰਜਨ ਕੀਤੀ ਜਾਂਦੀ ਉਹਦੀ। ਸੋ ਜਦੋਂ ਉੱਥੋਂ ਅਸੀਂ ਦੇਖਦੇ ਫਿਰ ਉਹਦੇ ਨਾਲ ਵੱਡਾ ਐਲੀਟ ਜਿਹੜਾ ਹੈ ਉਹਦੀ ਕਨਵਰਜਨ ਸ਼ੁਰੂ ਹੋ ਜਾਂਦੀ ਸਾਰੇ। ਇਹਦੀ ਮਤਲਬ ਬਰਖਲਾਫਤ ਦੇ ਵਿੱਚ ਸਿੰਘ ਸਭਾ ਮੂਵਮੈਂਟ ਖੜੀ ਹੁੰਦੀ ਹੈ, ਜਿਹੜੀ ਅੱਗੇ ਜਾ ਕੇ ਗੁਰਦੁਆਰਾ ਸੁਧਾਰ ਲਹਿਰ 'ਚ ਕਨਵਰਟ ਹੁੰਦੀ ਹੈ, ਜਿਹਦੇ ਵਿੱਚੋਂ ਇਹ ਸਾਰੇ ਮੋਰਚੇ ਲੱਗਦੇ ਨੇ, ਗੁਰੂ ਕੇ ਬਾਗ ਕਾ ਮੋਰਚਾ, ਜੈਤੋ ਕਾ ਮੋਰਚਾ, ਜਿਹਦੇ ਅਗਾਂ ਇਹ ਜਿਹੜਾ ਹੈਗਾ ਨੈਕਸਟ ਚੈਪਟਰ ਦੇ ਵਿੱਚ ਆ ਸਾਕਾਏ ਨਨਕਾਣਾ ਸਾਹਿਬ ਸ਼ਹਾਦਤ ਦਾ ਵੱਡਾ ਰੰਗ ਸਾਡੇ ਸਾਹਮਣੇ ਆਉਂਦਾ। ਹੁਣ ਇਹ ਸਾਰੇ ਨੂੰ ਦੇਖੋ ਤੁਸੀਂ, ਇਹਦੇ ਬਿਲਕੁਲ ਪੈਰਲਰ ਮੈਂ ਜੇ ਬਾਤ ਕਹਾਂ, ਇੱਥੇ ਅਸੀਂ ਨਾਰਥ ਅਮਰੀਕਨ ਕੰਟਰੀ 'ਚ ਰਹਿ ਰਹੇ ਹਾਂ, ਮਾਫੀ ਮੰਗਾਂਗਾ ਕੋਈ ਹਫਤਾ ਕੋਈ ਮਹੀਨਾ ਇਹੋ ਜਿਹਾ ਲੰਘਦਾ ਹੋਏ ਜਿੱਦਣ ਮੈਨੂੰ ਕੋਈ ਇੱਕ ਦੋ ਕਾਲ ਇਹੋ ਜਿਹੀ ਨਾ ਹੁੰਦੀ ਹੋਏ ਜਿੱਚੇ ਕਿਹਾ ਜਾਂਦਾ ਹੋਏ ਸਾਡਾ ਬੱਚਾ ਕਨਵਰਟ ਹੋ ਗਿਆ, ਸਾਡੀ ਬੇਟੀ ਕਨਵਰਟ ਹੋ ਗਈ ਹੈ। ਮੈਂ ਇੱਥੇ ਦੀ ਬਿਆਨ ਕਰਦਾ ਹਾਂ, ਲੋਕ ਰੋਂਦੇ, ਮਾਂ ਬਾਪ ਰੋਂਦੇ, ਕਈ ਵਾਰ ਬੱਚੇ ਵਕਤ ਪਾ ਕੇ। ਮੈਂ ਲੰਬੇ ਸਮੇਂ ਤੋਂ ਪ੍ਰਿਜ਼ਨਸ ਵਿੱਚ ਜਾ ਰਿਹਾ ਹਾਂ, ਉੱਥੇ ਮੈਂ ਬਹੁਤ ਸਾਰੇ ਇਹੋ ਜਿਹੇ ਰੂਪ ਦੇਖੇ ਨੇ। ਉਹ ਇਹ ਜਿਹੜੀਆਂ ਚੀਜ਼ਾਂ ਨੇ, ਇਹਦੇ 'ਚ ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਦੇ ਕੇ ਮਾਈਂਡ ਅਪ ਕਰਾਂ। ਉਹ 'ਚ ਹੋਇਆ ਕਿ ਕਈ ਵਾਰੀ ਵੀ ਹੁੰਦਾ ਹੈ ਸਾਨੂੰ, ਅਸੀਂ ਦੇਖਦੇ ਹਾਂ ਕਿ ਸਾਡੀ ਜਿਹੜੀ ਤਾਲੀਮ ਆ, ਨੋ ਡਾਊਟ ਬੰਦਾ ਜੀਵਨ ਵਿੱਚ ਵਿਚਰਦਿਆਂ ਹੋਇਆਂ ਕਈ ਉਤਾਰ ਚੜਾਵਾਂ ਤੋਂ ਲੰਘਦਾ ਆ, ਪਰ ਜੇਕਰ ਕਿਸੇ ਤਰੀਕੇ ਦੇ ਨਾਲ ਉਹਨੂੰ ਕੁਝ ਆਪਣੇ ਸੱਭਿਆਚਾਰ ਬਾਰੇ, ਆਪਣੀ ਵਿਰਾਸਤ ਬਾਰੇ, ਆਪਣੀ ਬੋਲੀ ਬਾਰੇ, ਆਪਣੇ ਕਲਚਰ ਬਾਰੇ ਤੁਸੀਂ ਕੁਝ ਸੇਧ ਦੇ ਸਕੋ, ਕੁਝ ਸਿੱਖਿਆ ਦੇ ਸਕੋ, ਜਿਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਹ ਬਚਨ ਪੜ੍ਹਦੇ ਹਾਂ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ। ਅਜੇ ਪਿਓ ਦਾਦੇ ਦੇ ਖਜ਼ਾਨੇ ਨੂੰ ਕਿਸੇ ਨੇ ਕਲੇਮ ਨਹੀਂ ਕੀਤਾ, ਉਹਨੇ
ਕਲੇਮ ਨਹੀਂ ਕੀਤਾ, ਖਜ਼ਾਨਾ ਹੈ ਸਾਡਾ, ਅਸੀਂ ਇਹਨੂੰ ਕਲੇਮ ਕਈ ਵਾਰ ਨਹੀਂ ਕਰਦੇ। ਲੋਕ ਤੇ ਲਿਟਰਲੀ ਤੌਰ ਤੇ ਕਹਿੰਦੇ ਨੇ ਵੀ what's the big deal if we are forgetting one language which is not useful at all. Today's world, we need algorithm, we need world language, we need lingua franca, so that we can make our careers over here, we can make good money over here, we can actually live our life in this North American continent properly, subcontinent properly. ਬਿਲਕੁਲ ਠੀਕ ਆ। ਅੱਜ ਦੀ ਬਾਜ਼ਾਰ ਦੀ ਭਾਸ਼ਾ, ਵਪਾਰ ਦੀ ਭਾਸ਼ਾ, ਕਾਰੋਬਾਰ ਦੀ ਭਾਸ਼ਾ ਭਾਈ ਅੰਗਰੇਜ਼ੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਬਲਕਿ ਇਸ ਨੂੰ ਵੀ ਰਿਪਲੇਸ ਕਰ ਰਹੀ ਹੈ ਐਲਗੋਰਿਦਮ ਦੀ ਲੈਂਗੁਏਜ, ਜਿਹੜੀ ਕੰਪਿਊਟਰ ਟੈਕਨੀਕਲ ਲੈਂਗੁਏਜ ਹੈ ਸਾਰੀ, ਉਹ ਅੱਗੇ ਆ ਰਹੀ ਹੈ। ਮਤਲਬ ਅਗਲਾ ਪੜਾਅ ਚੱਲਾ ਇਹਦੇ ਵਿੱਚੋਂ। ਪਰ ਭਾਈ ਇਹ ਚੀਜ਼ ਅਹਿਸਾਸ 'ਚ ਰੱਖੀ ਕਿ ਜਿਹੜਾ ਮਨੁੱਖ ਦੀ ਸੰਪੂਰਨਤਾ ਆ, ਇਹ ਸਿਰਫ ਬਾਜ਼ਾਰ, ਰੁਜ਼ਗਾਰ ਤੇ ਕਾਰੋਬਾਰ ਨਹੀਂ ਕਰਦਾ। ਲੋਕਾਂ ਦੇ ਕੋਲ ਆਲੇ ਦੁਆਲੇ ਬੜੇ ਬੜੇ ਉਮਦਾ ਬਾਜ਼ਾਰ ਹੁੰਦੇ ਨੇ। ਸਾਡੇ ਇਹਨਾਂ ਮੁਲਕਾਂ ਦੇ ਵਿੱਚ ਏਡੇ ਏਡੇ ਬਾਜ਼ਾਰ ਸੱਜਦੇ ਨੇ, ਏਡੇ ਏਡੇ ਵੱਡੇ ਕਾਰੋਬਾਰ ਹੁੰਦੇ ਨੇ। ਇੱਥੇ ਹੀ ਤੁਸੀਂ ਹੋਮਲੈਸ ਕਮਿਊਨਿਟੀ ਦੇਖਦੇ ਹੋ ਵੱਡੇ ਲੈਵਲ 'ਤੇ। ਇੱਥੇ ਹੀ ਤੁਸੀਂ ਦੇਖਦੇ ਹੋ ਮੈਂਟਲ ਹੈਲਥ ਦੇ ਚੈਲੰਜਸ ਨਾਲ ਡੀਲ ਕਰਦੇ ਹੋਏ ਲੋਕ। ਇੱਥੇ ਲੋਕ ਤੁਸੀਂ ਦੇਖਦੇ ਹੋ ਡਿਪਰੈਸ਼ਨ ਦੇ ਵਿੱਚ, ਇਸ ਕਿਸਮ ਦੀਆਂ ਅਲਾਮਤਾਂ ਦੇ ਨਾਲ ਦੋ ਚਾਰ ਹੁੰਦੇ ਹੋਏ। ਇੱਥੇ ਜਦੋਂ ਕਾਰਨ ਦੇ ਵਿੱਚ ਜਾਵਾਂਗੇ ਤੁਹਾਨੂੰ ਪਤਾ ਲੱਗੇਗਾ ਰੂਟਸ ਕਿੱਥੋਂ ਆ ਰਹੇ ਨੇ। ਰੂਟਸ ਕਿੱਥੋਂ ਆ ਰਹੇ ਨੇ ਇਹ ਭੁੱਲ ਗਏ ਨੇ। ਹੂ ਦੇ ਆਰ, ਇਹ ਅਸਲ 'ਚ ਕੌਣ ਨੇ, ਇਹਦਾ ਅਸਲ 'ਚ ਇਹਨਾਂ ਨੂੰ ਉਹ ਜੀਵਨ ਯਾਪਨ ਦੇ 'ਚ ਭੁੱਲ ਗਿਆ ਸਭ ਚੀਜ਼ਾਂ ਦੇ ਵਿੱਚ। ਹੁਣ ਜਿਹੜੀ ਬਾਤ ਹੋ ਰਹੀ ਹੈ ਇੱਥੇ ਉਹ ਇਸ ਤਰ੍ਹਾਂ ਜਾਣੀ ਹੈ, ਜਿਹੜਾ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਜਦੋਂ ਕਿਸੇ ਨੂੰ ਅਸੀਂ ਕੁਝ ਦੱਸਦੇ ਹਾਂ, ਸਮਝਾਉਂਦੇ ਹਾਂ, ਬਿਨਾਂ ਸ਼ੱਕ ਉਹ ਜੇ ਕਲੇਮ ਨਹੀਂ ਕਰਦਾ, ਉਹਦੇ 'ਚ ਇਹ ਨਹੀਂ ਹੈਗਾ ਕਿ ਇਹ ਮੇਰੇ ਬਾਪ ਦਾਦਿਆਂ ਦੀ ਦੌਲਤ ਹੈ, ਮੈਨੂੰ ਇਹਨੂੰ ਅਪਣਾਉਣਾ ਚਾਹੀਦਾ, ਮੈਨੂੰ ਅਡਾਪਟ ਕਰਨਾ ਚਾਹੀਦਾ, ਮੈਨੂੰ ਜੀਣਾ ਚਾਹੀਦਾ ਹੈ। ਪਰ ਸਭ ਕਹਿੰਦੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਜਸਟ ਉਹਨੂੰ ਖੋਲ ਕੇ ਕਿਸੇ ਨੇ ਜਸਟ ਵਿਜ਼ਿਟ ਹੀ ਕਰਾ ਦਿੱਤਾ, ਕਿਸੇ ਨੇ ਜਸਟ ਉਹਦੀ ਜਿਹੜੀ ਹੈ ਉਹਦੀ ਪ੍ਰੈਜੈਂਟੇਸ਼ਨ ਦੇ ਦਿੱਤੀ, ਉਹਦੀ ਥੋੜੀ ਸਮਝਣ ਸਮਝਾਉਣ ਵਾਲੀ ਥੋੜੀ ਬਾਤ ਹੋ ਗਈ, ਤੇ ਬੰਦਾ ਅਜੇ ਉਹਨਾਂ ਨਾ ਉਸ ਸੱਭਿਆਚਾਰ ਦਾ ਧਾਰਨੀ ਹੋਇਆ ਹੈ, ਨਾ ਉਹਨਾਂ ਅਸੂਲਾਂ ਦਾ ਧਾਰਨੀ ਹੋਇਆ, ਨਾ ਉਸ ਕਿਸਮ ਦੇ ਜੀਵਨ ਨੂੰ ਉਹਨੂੰ ਅਪੀਲ ਹੀ ਕਰਦਾ। ਮੈਂ ਮਿਸਾਲ ਦੇਣ ਲੱਗਾ ਸੀਗਾ, ਬੱਚਾ ਇੱਕ ਇੱਥੇ ਹੀ ਈਟੋਬੀਕੋ 'ਚ ਪਲਿਆ, ਤੇ ਈਟੋਬੀਕੋ ਦੇ ਵਿੱਚ ਪੜ੍ਹਨ ਦੇ ਦੌਰਾਨ ਚੋਇਸਿਸ ਐਸੀਆਂ ਬਣਾ ਲਈਆਂ, ਕੁਝ ਫੈਮਿਲੀ ਇਨਵਾਇਰਮੈਂਟ ਸੀਗਾ, ਅਖੀਰ ਐਂਡ ਅਪ ਜੇਲ੍ਹ 'ਚ ਹੋਇਆ। ਮੈਂ ਉਹਦੇ ਕੋਲ ਜੇਲ੍ਹ 'ਚ ਗਿਆ, ਇਹ ਕਾਫੀ ਸਾਲ ਪਹਿਲਾਂ ਦੀ ਗੱਲ ਆ, ਅਤੇ ਉਹ ਉਦੋਂ ਇਕੱਲਾ ਹੀ ਉੱਥੇ, ਕੋਈ ਹੋਰ ਪੰਜਾਬੀ ਇਨਮੇਟ ਵੀ ਨਹੀਂ ਹੈਗਾ, ਅਤੇ ਬਹੁਤ ਉਹਦੀ ਜ਼ਿੰਦਗੀ ਦੀ ਤਸਵੀਰ ਕੋਈ ਬਹੁਤੀ ਚੰਗੀ ਨਹੀਂ ਹੈ, ਬੜਾ ਉਹ ਡਿਪਰੈਸਿਵ ਵੀ ਹੈਗਾ, ਬੜੇ ਉਸ ਕਿਸਮ ਦੇ ਹਾਲਾਤ ਨੇ। ਖੈਰ ਅਸੀਂ ਬੈਠੇ, ਗੱਲਾਂ ਬਾਤਾਂ ਹੋਈਆਂ ਸਾਡੀਆਂ। ਗੱਲਾਂ ਬਾਤਾਂ ਕਰਨ ਦੇ ਦੌਰਾਨ ਉਹਨੇ ਇੱਕ ਗੱਲ ਬੜੇ ਕਮਾਲ ਦੀ ਦੱਸੀ। ਅਸੀਂ ਜਿੱਥੇ ਮਿਲ ਰਹੇ ਹਾਂ ਉਹ ਵੀ ਚੈਪਲ ਆ, ਮਤਲਬ ਕ੍ਰਿਸਚਨ ਫੇਥ ਨਾਲ ਐਸੋਸੀਏਟ ਜਿਹੜੀ ਜਗ੍ਹਾ ਆ, ਉਹਦੀ ਐਸੋਸੀਏਸ਼ਨ ਉਹਦੇ ਨਾਲ ਆ। ਉੱਥੇ ਅਸੀਂ ਬੈਠੇ ਆ, ਅਤੇ ਕਿਸੇ ਧਰਮ ਤੋਂ ਕੋਈ ਨਫ਼ਰਤ ਨਹੀਂ, ਕੋਈ ਉਸ ਰੂਪ ਦੇ ਵਿੱਚ, ਸਭ ਆਪ ਆਪਣੇ ਸਤਿਕਾਰ ਨੇ, ਆਪਣਾ ਫੇਥ ਸਿਸਟਮ ਹੈ, ਪਰ ਇੱਕ ਰੂਟਸ ਵਿੱਚੋਂ ਆ ਰਿਹਾ। ਉੱਥੇ ਬੈਠੇ ਉਹਨੇ ਬਾਤ ਦੱਸੀ, ਕਹਿੰਦਾ ਗੱਲ ਇਹ ਹੈ ਕਿ ਜਦੋਂ ਮੈਂ ਪ੍ਰੋਵਿੰਸ਼ੀਅਲ ਰੀਜਨ ਵਿੱਚ ਸੀਗਾ, ਮੇਰੀ ਉਦੋਂ ਇੱਕ ਸਟਰਗਲ ਸ਼ੁਰੂ ਹੋਈ, ਜਿਹੜੀ ਅਜੇ ਵੀ ਕਿਤੇ ਨਾ ਕਿਤੇ ਮੌਜੂਦ ਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਗੱਲ ਇਹ ਹੈ ਕਿ ਮੈਨੂੰ ਕੋਈ ਫੈਮਿਲੀ ਮੈਂਬਰ ਮਿਲਣ ਵਾਸਤੇ ਨਹੀਂ ਆ ਰਿਹਾ, ਫੈਮਿਲੀ ਕੋਈ ਸੰਬੰਧ ਨਹੀਂ ਹੈਗਾ, ਫੈਮਿਲੀ ਮੈਂਬਰ ਬਹੁਤੇ ਹੈ ਵੀ ਨਹੀਂ ਹੈਗੇ, ਕੋਈ ਹੋਰ ਕਮਿਊਨਿਟੀ ਸਪੋਰਟ ਨਹੀਂ ਹੈਗੀ। ਹੋਇਆ ਇਹ ਕਿ ਮੈਨੂੰ ਇੱਕ ਕ੍ਰਿਸਚਨ ਜਿਹੜਾ ਪਾਸਟਰ ਸੀਗਾ, ਉਹ ਇੱਕ ਦੋ ਵਾਰੀ ਮਿਲਣ ਵਾਸਤੇ ਆਇਆ। ਮੈਂ ਉਹਨੂੰ ਕੋਈ ਬਹੁਤੀ ਅਟੈਂਸ਼ਨ ਪੇ ਨਹੀਂ ਕੀਤੀ। ਮੈਂ ਕਿਹਾ ਵੀ ਨਹੀਂ ਬਈ, ਮੇਰਾ ਤੇਰਾ ਸੰਬੰਧ ਕੋਈ ਹੋਰ ਤਰ੍ਹਾਂ ਦਾ, ਤੂੰ ਕੁਛ ਹੋਰ ਚਾਹੇਂਗਾ ਮੇਰੇ ਤੋਂ, ਮੈਂ ਉਹ ਤੈਨੂੰ ਦੇ ਨਹੀਂ ਸਕਣਾ, ਇਸ ਕਰਕੇ ਠੀਕ ਨਹੀਂ। ਅਖੀਰ ਇੱਕ ਦਿਨ ਥੋੜ੍ਹਾ ਖਹਿੜੇ ਪਿਆ, ਉਹ ਕਹਿੰਦਾ ਮੇਰੀ ਗੱਲ ਤੇ ਸੁਣ ਬੈਠ ਕੇ। ਮੈਂ ਬੈਠ ਕੇ ਉਹਨੇ 2-4 ਮਿੰਟ ਗੱਲਾਂ ਕੀਤੀਆਂ। ਗੱਲਾਂ ਕਰਨ ਤੋਂ ਬਾਅਦ ਜਿਹੜੀ ਉਹਨੇ ਗੱਲ ਕੀਤੀ, ਉਹ ਕਹਿੰਦੇ ਗੱਲ ਇਹ ਹੈ, ਦੇਖ ਮੈਂ ਤੈਨੂੰ ਕਨਵਰਜਨ ਵਾਸਤੇ ਨਹੀਂ ਕਹਿੰਦਾ, ਮੈਂ ਤੈਨੂੰ ਕਿਉਂ ਫੋਰਸ ਕਰਾਂਗਾ, ਪਰ ਮੈਂ ਤੈਨੂੰ ਇੱਕ ਗੱਲ ਦੱਸ ਸਕਦਾ। ਉਹ ਕਹਿੰਦੇ ਦੱਸੋ। ਕਹਿੰਦੇ ਗੱਲ ਇਹ ਹੈ ਕਿ ਤੇਰੇ ਕੋਲ ਸਾਈਕਲ ਹੈ ਤੇ ਮੇਰੇ ਕੋਲ ਕਾਰ ਹੈ, ਤੂੰ ਸਾਈਕਲ ਤੇ ਕੰਮ ਤੇ ਜਾਣਾ, ਰੋਜ਼ ਆਉਣਾ ਆ, ਠੰਡ ਵੀ ਹੁੰਦੀ, ਬੜਾ ਕੁਛ ਹੁੰਦਾ, ਪਰ ਮੇਰੇ ਕੋਲ ਕਾਰ ਆ ਤੇ ਕਾਰ ਤੇ ਮੈਂ ਜਾਣਾ ਆ। ਮੈਂ ਇੱਕ ਦਿਨ ਤੈਨੂੰ ਕਹਿਣਾ ਆ ਕਿ ਲੈਟਸ ਐਕਚੁਅਲੀ ਮੇਕ ਐਕਸਚੇਂਜ। ਕੀ ਜੀ? ਮੈਂ ਤੇਰੇ ਤੋਂ ਤੇਰਾ ਸਾਈਕਲ ਲੈ ਲੈਣਾ, ਤੈਨੂੰ ਕਾਰ ਦੇ ਦੇਣਾ। ਜੇ ਤੇਰੇ ਕੋਲ ਸਾਈਕਲ ਵੀ ਤੇਰਾ ਰਹਿੰਦਾ ਤਾਂ ਮੈਂ ਤੈਨੂੰ ਕਾਰ ਗਿਫਟ ਕਰ ਦੇਣਾ। ਹਾਊ ਯੂ ਗੋਨਾ ਫੀਲ ਦੈਟ ਟਾਈਮ? ਉਹ ਕਹਿੰਦਾ ਵੰਡਰਫੁਲ, ਸੋ ਨਾਈਸ। ਉਹ ਕਹਿੰਦਾ ਬਸ
ਗੱਲ ਇਹ ਹੈ ਮੈਂ ਤੈਨੂੰ ਇੱਕ ਐਕਸਟਰਾ ਚੀਜ਼ ਦੇ ਰਿਹਾ ਇਸ ਤਰੀਕੇ ਨਾਲ। ਉਹ ਕਹਿੰਦਾ ਮੈਂ ਤੇਰੀ ਗੱਲ ਸਮਝ ਗਿਆ, ਤੂੰ ਕਨਵਰਜਨ ਦੀ ਗੱਲ ਕਰ ਰਿਹਾ ਵੀ ਇਹ ਮੇਰੇ ਵਾਲਾ ਫੇਥ ਇਹ ਬਾਏ ਕਰ ਲੈ, ਤੂੰ ਇਹ ਗੱਲ ਕਹਿ ਰਿਹਾ ਨਾ। ਕਹਿੰਦਾ ਹਾਂ। ਕਹਿੰਦਾ ਗੱਲ ਇਹ ਹੈ ਫੇਥ ਤੇ ਕਾਰ 'ਚ ਬੜਾ ਫਰਕ ਹੁੰਦਾ ਹੈ। ਤੂੰ ਮੈਨੂੰ ਇੱਕ ਐਗਜ਼ਾਮਪਲ ਦਿੱਤੀ, ਕੈਨ ਆਈ ਗਿਵ ਯੂ ਵਨ ਮੋਰ? ਉਹ ਕਹਿੰਦਾ ਪਲੀਜ਼। ਉਹ ਕਹਿੰਦਾ ਗੱਲ ਇਹ ਹੈ ਕਿ 2 ਚਿੱਠੀਆਂ ਨੇ, ਇੱਕ ਚਿੱਠੀ ਤੇਰੇ ਪਿਤਾ ਨੇ ਤੈਨੂੰ ਲਿਖੀ ਡਾਇਰੈਕਟਲੀ, ਇੱਕ ਚਿੱਠੀ ਤੇਰੇ ਪਿਤਾ ਦੇ ਬਾਰੇ ਉਹਦੇ ਕਿਸੇ ਦੋਸਤ ਨੇ ਲਿਖੀ, ਉਹ ਵੀ ਉਹਦੇ ਗੁਜ਼ਰ ਜਾਣ ਤੋਂ ਜਾਂ ਉਸ ਤਰੀਕੇ ਨਾਲ ਕਈ ਸਾਲਾਂ ਬਾਅਦ ਉਸ ਢੰਗ ਦੇ ਨਾਲ। ਮੈਨੂੰ ਇਹ ਦੱਸੇਗਾ ਕਿਹੜੀ ਚਿੱਠੀ ਤੇਰੇ ਲਈ ਜ਼ਿਆਦਾ ਇੰਪੋਰਟੈਂਟ ਹੋਏਗੀ, ਕਿਹੜੀ ਚਿੱਠੀ ਨੂੰ ਜ਼ਿਆਦਾ ਇੰਪੋਰਟੈਂਸ ਦੇਂਗਾ ਤੂੰ, ਜਿਹੜੀ ਤੇਰੇ ਪਿਤਾ ਨੇ ਆਪਣੇ ਹੱਥ ਨਾਲ ਤੇਰੇ ਵਾਸਤੇ ਲਿਖ ਕੇ ਪ੍ਰੀਜ਼ਰਵ ਕੀਤੀ ਹੋਏ, ਤੈਨੂੰ ਪੁੱਛ ਦਿੱਤੀ ਹੋਏ, ਜਾਂ ਉਹਦੇ ਬਾਰੇ ਕਿਸੇ ਹੋਰ ਨੇ। ਉਹ ਕਹਿੰਦਾ ਵੀ ਡੈਫੀਨੇਟਲੀ ਜਿਹੜੀ ਮੇਰੇ ਫਾਦਰ ਨੇ ਮੇਰੇ ਆਪਣੇ ਹੱਥ ਨਾਲ ਲਿਖ ਕੇ ਮੈਨੂੰ ਦਿੱਤੀ ਹੈ, ਮੈਨੂੰ ਤਾਂ ਉਹ ਚਿੱਠੀ ਜ਼ਿਆਦਾ ਇੰਪੋਰਟੈਂਟ ਹੈ। ਉਹ ਚਿੱਠੀ ਬਿਲਕੁਲ ਮੇਰੇ ਵਾਸਤੇ ਉਹ ਵਿਰਾਸਤ ਹੈ ਮੇਰੀ ਸਭ ਤੋਂ ਵੱਡੀ। ਕਹਿੰਦਾ ਬਸ ਆਈ ਰੈਸਟ ਮਾਈ ਕੇਸ ਓਵਰ ਹੇਅਰ। ਤੈਨੂੰ ਪਤਾ ਹੈ ਜਿਸ ਬਾਣੀ ਨੂੰ ਮੈਂ ਗੁਰੂ ਕਹਿਣਾ, ਮਾਸਟਰ ਕਹਿਣਾ, ਜਿਹੜੀ ਰਚਨਾ ਮੇਰੇ ਵਾਸਤੇ ਉਪਦੇਸ਼ ਰੂਪ ਆ, ਉਹ ਮੇਰੇ ਪਿਤਾ ਨੇ ਆਪਣੇ ਹੱਥਾਂ ਨਾਲ ਆਪ ਲਿਖ ਕੇ ਕੰਪਾਈਲ ਕਰਕੇ ਆਡਿਟ ਕਰਕੇ ਮੇਰੇ ਵਾਸਤੇ ਪ੍ਰੀਜ਼ਰਵ ਕਰਕੇ ਮੈਨੂੰ ਦਿੱਤੀ ਹੈ। ਇੱਕ ਜੇਲ੍ਹ ਵਿੱਚ ਬੈਠਾ ਹੋਇਆ ਬੱਚਾ ਮੈਨੂੰ ਇਹ ਗੱਲ ਇਸ ਤਰੀਕੇ ਨਾਲ ਸੁਣਾ ਰਿਹਾ ਹੈਗਾ, ਉਹ ਆਨਸਰ ਕਰ ਰਿਹਾ ਕਿਸੇ ਹੋਰ ਦੇ ਸਵਾਲ ਦੇ ਉੱਤੇ ਇਸ ਤਰੀਕੇ ਦੇ ਨਾਲ। ਇਹ ਕੀ ਹੈ? ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਧਾਨ, ਰਤਨ ਲਾਲ ਜਾ ਕਾ ਕਛੂ ਨਾ ਮੋਲ। ਇਸ ਕਰਕੇ ਕੌਮਾਂਤਰੀ ਬੋਲੀ ਦੇ ਦਿਹਾੜੇ ਦੇ ਉੱਤੇ ਮੇਰੀ ਸਿਰਫ ਇਤਨੀ ਹੀ ਬੇਨਤੀ ਹੈ, ਆਪਣੇ ਸਾਡਾ ਤੇ ਬੋਲੀ ਨਾਲ ਸੰਬੰਧ ਹੈ ਸਾਰਾ, ਬੋਲੀ ਹੀ ਸ਼ਬਦ ਹੈ, ਸ਼ਬਦ ਨਾਲ ਹੀ ਸਾਡਾ ਸਾਰਾ ਕੁਝ ਜੁੜਿਆ ਹੈਗਾ। ਸੋ ਇਸ ਕਰਕੇ ਆਪਣੀ ਮਾਂ ਬੋਲੀ ਨੂੰ ਨਾ ਵਿਸਾਰੀਏ। ਆਪਣੀ ਦਾਨਿਸ਼ਮੰਦਾਂ ਨੇ, ਪਾਤਰ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਜ਼ਬਾਨ ਹੀ ਪਹਿਚਾਨ ਹੈ, ਜੇ ਬੰਦੇ ਤੋਂ ਜ਼ਬਾਨ ਚਲੇਗੀ ਉਹਦੀ ਪਹਿਚਾਨ ਚਲੇਗੀ। ਇਹ ਬਿਲਕੁਲ ਰਿਐਲਿਟੀ ਹੈ, ਬੰਦੇ ਦੀ ਆਈਡੈਂਟਿਟੀ ਉਹਦੀ ਬੋਲੀ ਦੇ ਵਿੱਚ ਪੂਰੀ ਹੁੰਦੀ ਹੈ। ਸੋ ਆਪਾਂ ਇਸ ਕੌਮਾਂਤਰੀ ਬੋਲੀ ਦਿਹਾੜੇ ਦੇ ਉੱਤੇ ਆਪਣੇ ਆਪ ਨਾਲ ਅਹਿਦ ਕਰੀਏ, ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਆਲੇ ਦੁਆਲੇ ਪੰਜਾਬੀ ਜ਼ਬਾਨ ਬੋਲੀਏ, ਗੁਰਮੁਖੀ ਅੱਖਰਾਂ ਨਾਲ ਜੁੜੀਏ, ਗੁਰਮੁਖੀ ਪੜ੍ਹੀਏ, ਗੁਰਮੁਖੀ ਸਮਝੀਏ, ਇਹਦੇ ਸਦਕਾ ਗੁਰਸ਼ਬਦ ਅਤੇ ਗੁਰਬਾਣੀ ਤੱਕ ਆਪਣੀ ਰਸਾਈ ਕਰੀਏ। ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਆਉਂਦੇ ਕੱਲ ਅਸੀਂ ਨਮਨ ਕਰਾਂਗੇ। 100 ਸਾਲਾ ਸ਼ਤਾਬਦੀ ਪੁਰਬ ਖਾਸ ਕਰਕੇ ਸਾਕਾ ਨਨਕਾਣਾ ਸਾਹਿਬ ਸਾਡੇ ਸਾਹਮਣੇ ਹੈ। ਅੱਜ ਵਾਸਤੇ ਇੰਨੀਆਂ ਬੇਨਤੀਆਂ ਨਾਲ ਮੈਂ ਸਮਾਪਤੀ ਕਰ ਰਿਹਾ ਹਾਂ। ਕਿਰਸਾਨੀ ਸੰਘਰਸ਼ ਲਈ ਜੂਝ ਰਹੇ ਉਹਨਾਂ ਭੈਣਾਂ ਤੇ ਵੀਰਾਂ ਲਈ ਚੜ੍ਹਦੀ ਕਲਾ ਤੇ ਸਫਲਤਾ ਦੀ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।